ਘੱਟ ਇਹ ਤਾਂ ਮੰਨ ਲਈਏ ਕਿ ਜਿਹੜਾ ਆਪਣੇ ਆਪ ਨੂੰ ਸਿੱਖ ਅਖਵਾ ਰਿਹਾ ਉਹ ਕਿਸੇ ਨਾ ਕਿਸੇ ਲੈਵਲ ਤੋਂ ਉਹਨੂੰ 30 ਮਿਲੀਅਨਸ ਤਾਂ ਤੁਸੀਂ ਸ਼ਾਮਿਲ ਕਰੋਗੇ ਨਾ। ਜੇ ਇਹ ਵੀ ਨਹੀਂ ਕਰੋਗੇ ਫਿਰ ਤੁਸੀਂ ਕਿਹੜੇ ਨੰਬਰ ਨੂੰ ਲੈ ਕੇ ਚੱਲੋਗੇ। 30 ਮਿਲੀਅਨ ਇਜ਼ ਮਲੇਸ਼ੀਆ, ਕਈ ਸਾਲਾਂ ਦੀ ਵੀ ਕਈ ਵਾਰ ਵੈਂਟਿੰਗ ਛੁਪੀ ਹੁੰਦੀ ਆ ਵਿੱਚ। ਸੋ ਇਟਸ ਓਕੇ, ਲੈਟਸ ਲਰਨ ਟੂ ਲਿਸਨ। ਉਹ ਇੱਕ ਕਿਹਾ ਜਾਂਦਾ ਨਾ ਕਿ ਸੀਕ ਟੂ ਅੰਡਰਸਟੈਂਡ ਬਿਫੋਰ ਯੂ ਸੀਕ ਟੂ ਬੀ ਅੰਡਰਸਟੂਡ। ਸੋ ਲੈਟਸ ਅਪਲਾਈ ਸਮ ਆਫ ਥੀਸ ਪ੍ਰਿੰਸੀਪਲਸ। ਠੀਕ ਹੈ ਜੀ। ਦੂਸਰੀ ਅਪੋਲੋਜੀ ਇਹ ਹੈਗੀ ਕਿ ਜੇ ਤੁਹਾਨੂੰ ਲੱਗ ਰਿਹਾ ਕਿ ਹੈਪਹੈਜ਼ਰਡ ਆ, ਥੋੜ੍ਹਾ ਬਹੁਤ ਹੈ ਹੈਪਹੈਜ਼ਰਡ, ਬਟ ਉਹਦੇ ਪਿੱਛੇ ਜਿਹੜਾ ਪ੍ਰਿੰਸੀਪਲ ਅਪਲਾਈ ਕੀਤਾ ਸੀਗਾ ਕਿ ਜਿਹੜੇ 30 ਦੇ ਕਰੀਬ ਐਕਸਪਰਟਸ ਆਏ ਨੇ ਉਹਨਾਂ ਨੂੰ ਵੱਧ ਤੋਂ ਵੱਧ ਅਕੋਮੋਡੇਟ ਕਰਕੇ ਕਿਸੇ ਲੜੀ ਦੇ ਵਿੱਚ ਲਿਆ ਕੇ ਕੋਈ ਜਨਰਲ ਡਿਸਕਸ਼ਨ ਅੱਜ ਹੋ ਸਕੇ। ਦੈਟਸ ਵਾਟ ਵੀ ਆਰ ਟਰਾਈਂਗ ਟੂ ਡੂ ਟੁਡੇ। ਵੀ ਹੈਵ ਅ ਮਚ ਮੋਰ ਪ੍ਰੋਡਕਟਿਵ ਡੇ ਟਮੋਰੋ। ਉੱਥੇ ਬੜੇ ਇੱਕ ਟਮੋਰੋ ਇਜ਼ ਆਲ ਵਰਕਿੰਗ ਗਰੁੱਪ, ਸਪੈਸੀਫਿਕ ਚੀਜ਼ਾਂ 'ਤੇ ਗੱਲਾਂ ਹੋਣਗੀਆਂ ਅਤੇ ਥਰਡ ਡੇ ਵੀ ਇਸ ਤਰ੍ਹਾਂ ਹੀ ਕਰਾਂਗੇ। ਬਟ ਕੱਲ੍ਹ ਅਗਲੇ ਦਿਨ ਦੀ ਏਜੰਡੇ ਦੀ ਗੱਲ ਕਰਨ ਤੋਂ ਪਹਿਲਾਂ ਆਈ ਵਿਲ ਐਸਕ ਜਗਮੀਤ ਸਿੰਘ other than what he normally does, ਇੱਥੇ ਉਹਨੂੰ ਮੈਂ ਕਹਾਂਗਾ he change his hat or turban in that sense ਕਿ ਹੁਣ ਡੈਪੂਟੀ ਲੀਡਰ ਜਾਂ MPP ਐਸ ਦੇ ਸੇ ਕੈਨੇਡਾ ਦਾ ਉਸ ਲੈਵਲ 'ਤੇ ਨਹੀਂ। ਹੁਣ ਮੈਂ ਉਹਨੂੰ ਕਹਿ ਰਿਹਾ ਐਜ਼ ਏ ਫੈਸਿਲੀਟੇਟਰ ਇੱਥੇ ਆਵੇ ਅਤੇ ਸਾਡੇ ਨਾਲ ਕੁਝ ਉਹੋ ਜਿਹਾ ਡਿਸਕਸ਼ਨ ਕਰੇ ਕਿ ਜਿੱਥੇ ਸਾਨੂੰ ਜਿਹੜੇ ਇੱਕ ਦੋ ਆਈਡੀਆ ਕਈਆਂ ਨੇ ਮੈਂਸ਼ਨ ਟੱਚ ਕੀਤਾ ਸੀ ਕੰਸੈਂਸਸ ਬਿਲਡਿੰਗ ਦਾ, ਜਾਂ ਜਿਹੜੀਆਂ ਚੀਜ਼ਾਂ ਇੰਪੋਸੀਬਲ ਲੱਗਦੀਆਂ ਨੇ ਉਹਨਾਂ ਵੱਲ ਸਾਡੀ ਥੋੜ੍ਹੀ ਤਵੱਜੋ ਲੈ ਕੇ ਜਾਈਏ। ਜਗਮੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ ਫਤਿਹ ਐ ਜੋਸ਼ ਨਾਲ ਕਿਹਾ ਤਾਂ ਕਿ ਤੁਸੀਂ ਥੋੜ੍ਹੀ ਉੱਠ ਜਾਓ। ਅਤੇ ਹੁਣ ਮੈਂ ਇੱਕ ਐਕਟੀਵਿਟੀ ਕਰਨ ਜਾ ਰਿਹਾ। ਸੋ ਹੋ ਕੇ ਉੱਠ ਖੜੋ। ਤੁਸੀਂ ਇੱਦਾਂ ਕਰ ਸਕਦੇ ਹੋ? ਓਕੇ। ਸੋ ਪਹਿਲਾ ਸਵਾਲ ਹੈ ਕਿ ਤੁਸੀਂ ਸਾਰੇ ਖੜੇ ਹੋ ਸਕਦੇ ਹੋ ਜੇ ਤੁਸੀਂ ਕਿਸ ਚੀਜ਼ ਨਾਲ ਸਹਿਮਤ ਹੋ। ਤੁਸੀਂ ਖੜੇ ਹੋ ਸਕਦੇ ਹੋ? ਚਲੋ ਖੜੇ ਹੋ ਜਾਓ, ਇੱਕ ਵਾਰੀ ਦਿਖਾਓ ਬਸ ਕਿ ਤੁਸੀਂ ਖੜੇ ਹੋ ਸਕਦੇ ਹੋ। ਇਹ ਪਹਿਲੀ ਤਾਂ ਇਹ ਗੱਲ ਸੀਗੀ ਕਿ ਤੁਸੀਂ ਸਾਰੇ ਖੜੇ ਹੋ ਸਕਦੇ ਜੇ ਮੈਂ ਬੇਨਤੀ ਕਰਾਂ। ਠੀਕ ਹੈ, ਹੋ ਗਿਆ, ਇੱਕ ਵਾਰੀ ਹੋ ਗਿਆ। ਹੁਣ ਦੇਖੋ ਕਿੰਨੇ ਜਣੇ ਇੱਥੇ ਹੈਗੇ ਤੇ ਕਈ ਕਹਿੰਦੇ ਕਿ ਸਿੱਖ ਅਸੀਂ ਕਦੇ ਸਰਬਸਹਿਮਤੀ ਨਹੀਂ ਕਰ ਸਕਦੇ। ਅਸੀਂ ਕਰਕੇ ਦਿਖਾਇਆ। ਆ ਦੇਖੋ ਹੋ ਚੁੱਕਾ ਇੱਕ ਵਾਰੀ, ਅਸੀਂ ਖੜੇ ਹੋ ਗਏ ਸਹਿਮਤੀ ਦੇ ਨਾਲ ਖੜੇ ਹੋ ਗਏ। ਥੋੜ੍ਹਾ ਜਿਹਾ ਧੱਕਾ ਹੋਇਆ ਪਰ ਫਿਰ ਵੀ ਅਸੀਂ ਖੜੇ ਹੋਏ। ਚਲੋ, ਸੋ ਮੇਰੇ ਸਾਹਮਣੇ ਇੱਕ ਚੈਲੰਜ ਹੈ ਕਿ ਮੈਨੂੰ ਕਹਿੰਦੇ ਨੇ ਕਿ ਮੇਰਾ ਕੰਮ ਹੁੰਦਾ ਕਈ ਵਾਰੀ ਅਲੱਗ-ਅਲੱਗ ਜਿਹੜੇ ਪੋਲੀਟੀਸ਼ੀਅਨ ਹੈਗੇ, ਤੁਹਾਨੂੰ ਪਤਾ ਕਿ ਅਸੀਂ ਇਹੋ ਜਿਹੇ ਕੰਮ ਕਰਦੇ ਹਾਂ ਕਿ ਅਲੱਗ-ਅਲੱਗ ਵਿਚਾਰ ਦੇ ਬੰਦੇ ਨੂੰ ਇਕੱਠੇ ਕਰਦੇ ਹਾਂ ਅਤੇ ਉਹਨੂੰ ਇਕੱਠੇ ਕਰਦੇ ਹਾਂ ਅਤੇ ਉਹਨਾਂ 'ਚ ਸਮਝੌਤਾ ਲੱਭਣਾ। ਸੋ ਡਿਫਰੈਂਸਿਸ ਲੱਭਣੇ ਤਾਂ ਬਹੁਤ ਸੌਖੀ ਗੱਲ ਹੈ। ਮੈਂ ਹੁਣ ਤੁਹਾਨੂੰ ਪੁੱਛਿਆ ਕਿ ਮੇਰੀ ਦਸਤਾਰ ਦੀ ਰੰਗ ਹੈ, ਕਿਸੇ ਨੇ ਕਹਿਣਾ ਕਿ ਇਹ ਲਾਲ ਆ, ਕਿਸੇ ਨੇ ਕਿਹਾ ਨਹੀਂ ਲਾਲ ਦੇ ਵਿੱਚ ਕੇਸਰੀ ਰੰਗ ਆ, ਕਿਸੇ ਨੇ ਕਿਹਾ ਨਹੀਂ ਇਹ ਕੇਸਰੀ ਦੇ ਵਿੱਚ ਲਾਲ ਰੰਗ ਪਾਇਆ। ਬਹੁਤ ਕੁਛ ਹੈਗਾ, ਬਹੁਤ ਡਿਸਐਗਰੀਮੈਂਟ ਹੋ ਸਕਦੇ। ਸੌਖੀ ਗੱਲ ਹੈ ਕਿ ਡਿਸਐਗਰੀ ਕਰਨਾ, ਪਰ ਜਿਹੜੀ ਔਖੀ ਗੱਲ ਹੈ ਕਿ ਆਪਣੇ ਮਨ ਨੂੰ ਥੋੜ੍ਹਾ ਜਿਹਾ ਥੱਲੇ ਕਰਕੇ ਕਿ ਅਸੀਂ ਲੱਭੀਏ ਕਿ ਸਾਡੇ ਸਮਝੌਤੇ ਕਿਹੜੇ ਹੈਗੇ। ਪਰ ਮੈਨੂੰ ਪੂਰੀ ਵਿਸ਼ਵਾਸ ਹੈ ਕਿ ਅਸੀਂ ਸਮਝੌਤੇ ਲੱਭ ਸਕਦੇ ਹਾਂ। ਸੋ ਅੱਜ ਇੱਕ ਗੱਲ ਪਤਾ ਲੱਗਿਆ ਕਿ ਡਿਫਰੈਂਸਿਸ ਬਹੁਤ ਹੈਗੇ, ਪਰ ਇੱਕ ਗੱਲ ਜ਼ਰੂਰ ਆ ਕਿ ਸਾਰਿਆਂ ਦੇ ਮਨ 'ਚ ਇਹ ਹੈ ਕਿ ਸਾਡੇ ਇੱਕ ਹੱਕ ਆ, ਮਨੁੱਖੀ ਅਧਿਕਾਰ ਹੈ, ਮਨੁੱਖੀ ਹੱਕ ਹੈ ਕਿ ਅਸੀਂ ਆਜ਼ਾਦ ਹੋ ਸਕਦੇ ਹਾਂ। ਇਹਦੇ 'ਚ ਤੁਸੀਂ ਸਾਰੇ ਸਹਿਮਤ ਹੋ ਕਿ ਜਿਹੜਾ ਸਿੱਖ ਆ, ਸਿੱਖ ਇਨਸਾਨ ਕਿਸ ਤਰੀਕੇ, ਉਹਦੇ 'ਚ ਬਹੁਤ ਅਲੱਗ-ਅਲੱਗ ਤਰੀਕੇ ਨੇ, ਕਿਸ ਸਿਸਟਮ, ਕਿਸ ਢਾਂਚੇ ਦੇ ਅਨੁਸਾਰ ਬਹੁਤ ਅਲੱਗ ਢਾਂਚੇ ਹੈਗੇ, ਪਰ ਤੁਹਾਡੇ ਸਾਰਿਆਂ 'ਚ ਇਹ ਵੱਸਦਾ ਆ ਕਿ ਅਸੀਂ ਹਰੇਕ ਇਨਸਾਨ ਨੇ ਆਜ਼ਾਦ ਹੋਣਾ। ਤੁਸੀਂ ਸਹਿਮਤ ਹੋ ਇਸ ਗੱਲ 'ਤੇ? ਖੜੇ ਹੋ ਜਾਓ ਫਿਰ ਜੇ ਤੁਸੀਂ ਸਹਿਮਤ ਹੋ ਕਿ ਅਸੀਂ ਆਜ਼ਾਦ ਕਿ ਅਸੀਂ ਹਰੇਕ ਇਨਸਾਨ ਨੇ ਆਜ਼ਾਦ ਹੋਣਾ। ਜੇ ਤੁਸੀਂ ਸਹਿਮਤ ਨਹੀਂ ਹੋ ਤੁਸੀਂ ਫਿਰ ਦੱਸ ਸਕਦੇ ਹੋ ਕਿ ਨਹੀਂ, ਕਿ ਹਰੇਕ ਸਿੱਖ ਨੇ ਆਜ਼ਾਦ ਨਹੀਂ ਹੋਣਾ। ਹਾਂ, ਪਹਿਲਾਂ ਹੀ ਆਜ਼ਾਦ ਆ, ਫਿਰ ਤੁਸੀਂ ਸਹਿਮਤ ਹੋ? ਫਿਰ ਇਹ ਤਾਂ ਵਧੀਆ ਗੱਲ ਆ, ਚੰਗੀ ਗੱਲ ਆ। ਸਿੱਖ ਤੇ ਆਜ਼ਾਦ ਆ, ਵਧੀਆ ਸੋਹਣੀ ਗੱਲ ਆ, ਫਿਰ ਬਹੁਤ ਸੋਹਣੀ ਗੱਲ ਆ। ਫਿਰ ਅਸੀਂ ਸਾਰੇ ਸਹਿਮਤ ਹੋ, ਠੀਕ ਹੈ। ਸੋ ਇਹ ਤਾਂ ਸੌਖੀਆਂ ਗੱਲਾਂ ਨੇ। ਹੁਣ ਇੱਕ ਤਾਂ ਬਹੁਤ ਗੱਲਾਂ ਹੋਈਆਂ ਕਿ ਸਾਡਾ ਸਿੱਖ ਮਿਸ਼ਨ ਕੀ ਹੈ। ਹੁਣ ਸਾਰਿਆਂ 'ਚ ਡਿਫਰੈਂਸਿਸ ਹੋਣਗੇ ਕਿ ਸਪੈਸੀਫਿਕਲੀ ਸਾਡਾ ਕੀ ਮਿਸ਼ਨ ਆ, ਪਰ ਇੱਕ ਗੱਲ ਤਾਂ ਅਸੀਂ ਜ਼ਰੂਰ ਮੰਨ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਦੇ ਵਿੱਚ ਕਿ ਉਹਦੇ 'ਚ ਕੀ ਹੈ। ਸਭ ਤੋਂ ਪਹਿਲੀ ਗੱਲ ਕੀ ਲਿਖੀ ਹੈ ਗੁਰੂ ਗ੍ਰੰਥ ਸਾਹਿਬ? ਸਾਰਿਆਂ ਨੂੰ ਪਤਾ ਆ, ਇੱਕ ਓਮਕਾਰ। ਉਹ ਅਸੀਂ 5 ਵਾਰੀ ਇਕੱਠੀ ਕਹੀਏ, ਇੱਕ ਓਂਕਾਰ, ਇੱਕ ਓਂਕਾਰ। ਕਿ ਇੱਕ ਤਾਂ ਹੈਗਾ ਆ ਕਿ ਆਪਣੇ ਥਾਂ 'ਤੇ ਨਾਮ ਜਪਣਾ ਬਹੁਤ ਚੰਗੀ ਗੱਲ ਹੈ, ਜ਼ਰੂਰੀ ਗੱਲ ਹੈ। ਤੁਸੀਂ ਜੇ ਮੈਂ ਤੁਹਾਡੇ ਸਾਹਮਣੇ ਇਹ ਪੇਸ਼ ਕਰਦਾ ਕਿ ਗੁਰੂਆਂ ਦਾ ਜਿਹੜਾ ਮਿਸ਼ਨ ਸੀਗਾ ਕਿ ਕੱਲਾ ਅਸੀਂ ਇੱਕ ਓਮਕਾਰ ਜਪੇ ਨਹੀਂ,
ਅਸੀਂ ਇੱਕ ਓਮਕਾਰ ਨੂੰ ਇੰਪਲੀਮੈਂਟ ਕੀਤਾ ਦੁਨੀਆ ਦੇ ਵਿੱਚ। ਜੇ ਅਸੀਂ ਕਰਮਕਾਂਡ ਨੂੰ ਖਤਮ ਕਰਨਾ, ਔਰਤਾਂ ਦੇ ਬਰਾਬਰਤਾ ਦੀ ਗੱਲ ਕੀਤੀ, ਜਿਹੜੇ ਜਾਤ ਪਾਤ ਨੂੰ ਖਤਮ ਕਰਨਾ, ਬਾਕੀ ਅਸੀਂ ਇੱਕ ਓਮਕਾਰ ਦੀ ਜਿਹੜੀ ਸੋਚ ਨੂੰ ਦੁਨੀਆ 'ਚ ਇੰਪਲੀਮੈਂਟ ਕੀਤਾ, ਬਾਕੀ ਇੰਪਲੀਮੈਂਟ ਕੀਤਾ। ਈਵਨ ਲੰਗਰ ਦਾ ਜਿਹੜਾ ਕਨਸੈਪਟ ਆ ਕਿ ਜਿਹੜਾ ਗਰੀਬੀ ਨੂੰ ਦੂਰ ਕਰਨਾ, ਕਿ ਲੋਕਾਂ ਨੂੰ ਇਕੱਠੇ ਕਰਨਾ, ਲੋਕਾਂ ਨੂੰ ਇੱਕ ਕਰਨਾ। ਜਿਹੜਾ ਅਸੀਂ ਦੇਖਦੇ ਹਾਂ ਕਿ ਇੱਕ ਅਮੀਰ ਹੈ ਇੱਕ ਗਰੀਬ ਹੈ ਅਤੇ ਉਹ ਫਰਕ ਨੂੰ ਘੱਟ ਕਰਨਾ, ਇਹ ਵੀ ਸਾਡਾ ਸਿੱਖ ਮਿਸ਼ਨ ਸੀਗਾ। ਤੁਸੀਂ ਸਹਿਮਤ ਹੋ ਕਿ ਸਾਡਾ ਜਿਹੜਾ ਸਿੱਖ ਮਿਸ਼ਨ ਹੈਗਾ ਕਿ ਇੱਕ ਓਮਕਾਰ ਦੇ ਉੱਤੇ ਖੋਜ ਕਰਕੇ ਉਹਨੂੰ ਦੁਨੀਆ 'ਚ ਲੈ ਕੇ ਆਉਣਾ। ਤੁਸੀਂ ਸਹਿਮਤ ਹੋ ਇਸ ਗੱਲ 'ਤੇ? ਓਕੇ, ਸਹਿਮਤ ਅਸੀਂ ਹੋ ਗਏ। ਇੱਕ ਵਾਰੀ ਫਿਰ ਸਾਡੇ ਖੜੇ ਹੋ ਜਾਓ ਜਾਂ ਹੱਥ ਖੜੇ ਕਰੋ, ਆਪਣੀ ਮਰਜ਼ੀ ਹੈ। ਤੇ ਮੇਰੇ ਲਈ ਤਾਂ ਕਰ ਲਓ, ਥੋੜ੍ਹੀ ਜਿਹੀ ਬੇਨਤੀ ਹੈ। ਠੀਕ ਹੈ, ਸਹਿਮਤ, ਵਧੀਆ। ਹੁਣ ਔਖੀ ਗੱਲਾਂ 'ਤੇ ਆ ਜਾਈਏ। ਜਿਹੜੇ ਕੱਲ੍ਹ ਨੂੰ ਅਸੀਂ ਇਹਦੇ ਉੱਤੇ ਕੰਮ ਕਰਾਂਗੇ। ਜਿਹੜਾ ਲੋਕ ਮੈਨੂੰ ਕਹਿੰਦੇ ਕਿ ਨਹੀਂ ਇਹ ਹੋ ਹੀ ਨਹੀਂ ਸਕਦਾ ਜਗਮੀਤ, ਤੁਸੀਂ ਕਦੇ ਨਹੀਂ ਹੋ ਸਕਦਾ ਕਿ ਸਿੱਖ ਸਹਿਮਤ ਹੋ ਸਕਦੇ। ਅਤੇ ਸਾਡਾ ਜਿਹੜਾ ਪਹਿਲਾਂ ਅਸੀਂ ਗੱਲ ਕੀਤੀ ਸੀਗੀ ਥੋੜ੍ਹੀ ਜਿਹਾ ਕਿ ਜੋ ਲੋਕਤੰਤਰ ਦਾ ਮੈਂ ਲਫ਼ਜ਼ ਵਰਤਿਆ ਸੀਗਾ। ਲੋਕਤੰਤਰ ਜਦੋਂ ਅਸੀਂ ਗੱਲਾਂ 'ਚ ਕਰਦੇ ਹਾਂ, ਈਵਨ ਆਪਣੇ ਵਿਧਾਨ ਸਭਾ ਦੇ ਵਿੱਚ ਬਹੁਤ ਵਾਰੀ ਹੁੰਦਾ ਆ ਕਿ ਕਹਿੰਦੇ ਕਿ ਲੋਕਤੰਤਰ ਅਸੂਲ ਦੇ ਉੱਤੇ ਅਸੀਂ ਇੱਦਾਂ ਕੰਮ ਕਰਾਂਗੇ। ਅਤੇ ਫਿਰ ਮੈਂ ਕਈ ਵਾਰੀ ਸੋਚਦਾ ਕਿ ਲੋਕਤੰਤਰ ਜਿਹੜਾ ਅਸੂਲ ਇੰਨਾ ਵਧੀਆ ਵੀ ਨਹੀਂ ਅਸੂਲ ਹੈ। ਅਤੇ ਜਿਹਨੇ ਇਸ ਅਸੂਲ ਨੂੰ ਪਹਿਲੀ ਵਾਰੀ ਲਿਖਿਆ ਉਹਦੇ ਉੱਤੇ, ਜਿਹੜਾ ਪਲੇਟੋ ਨੇ ਰਿਪਬਲਿਕ ਵਿੱਚ ਲਿਖਿਆ, ਉਹ ਆਪ ਮੰਨਦਾ ਆ। ਉਹਨੇ ਕਈ ਜਿਹੜਾ ਆਪਣਾ ਲੈਡਰ ਨੂੰ ਅਸੀਂ ਪੰਜਾਬੀ 'ਚ ਕਿੱਦਾਂ ਕਹਿੰਦੇ ਹਾਂ, ਕਿਉਂਕਿ ਮੈਨੂੰ ਪੰਜਾਬੀ ਲਫ਼ਜ਼ ਬਹੁਤ ਪਸੰਦ ਹੈ। ਲੈਡਰ ਜਿਹਦੇ ਅਸੀਂ ਚੜ੍ਹਦੇ ਹਾਂ, ਪੌੜੀ। ਹਾਂ, ਪੌੜੀ ਜਦੋਂ ਅਸੀਂ ਚੜ੍ਹਦੇ ਹਾਂ, ਉਹਨਾਂ ਨੇ ਪੌੜੀ ਦਾ ਐਗਜ਼ਾਮਪਲ ਦਿੱਤਾ। ਪੌੜੀ ਦਾ ਉਹਨੇ ਲਿਆ ਕਿ ਪੌੜੀ ਦੇ ਵਿੱਚ ਸਭ ਤੋਂ ਜਿਹੜੀ ਜ਼ੁਲਮੀ ਚੀਜ਼ ਉਹ ਤਾਂ ਜ਼ੁਲਮ ਆ, ਅਤੇ ਉਹ ਤੋਂ ਇੱਕ ਘੱਟ ਉਹਨੇ ਲੋਕਤੰਤਰ ਲਿਖਿਆ ਸੀਗਾ। ਜੇ ਰਿਪਬਲਿਕ ਨੂੰ ਪੜ੍ਹੋ, ਜਿਹਨੇ ਡੈਮੋਕਰੇਸੀ ਬਾਰੇ, ਲੋਕਤੰਤਰ ਬਾਰੇ ਬਹੁਤ ਕੁਛ ਲਿਖਿਆ ਰਿਪਬਲਿਕ ਦੇ ਵਿੱਚ, ਉਹਨੇ ਖੁਦ ਮੰਨਿਆ ਕਿ ਜ਼ੁਲਮ ਸਭ ਤੋਂ ਮਾੜੀ ਚੀਜ਼ ਹੈ ਅਤੇ ਜ਼ੁਲਮ ਤੋਂ ਇੱਕ ਚੰਗਾ ਲੋਕਤੰਤਰ ਆ। ਇਹ ਮਤਲਬ ਕਿ ਇੰਨੀ ਵਧੀਆ ਗੱਲ ਨਹੀਂ ਹੈ। ਉਹ ਤੋਂ ਜਿਹੜੀ ਅੱਛੀ ਚੀਜ਼ ਹੈ, ਪਲੇਟੋ ਵੀ ਮੰਨਦੇ ਨੇ ਪਰ ਹੋਰ ਵੀ ਮੰਨਦੇ ਨੇ, ਉਹ ਹੈਗਾ ਸਰਮ ਸਹਿਮਤੀ। ਕਿਉਂਕਿ ਡੈਮੋਕਰੇਸੀ ਦੇ ਵਿੱਚ ਜੇ ਅਸੀਂ ਹੁਣ ਚਾਰ ਭਾਈ ਜਿਹੜੇ ਵੀਰ ਜੀ ਹੈਗੇ ਸਾਹਮਣੇ ਹੈ ਨਾ, ਜੇ ਅਸੀਂ ਚਾਰ ਭਾਈ ਫੈਸਲਾ ਲੈਂਦੇ ਹਾਂ ਕਿ ਚੱਲ ਅਸੀਂ ਵੀਰ ਜੀ ਨੂੰ ਕੁੱਟੀਏ ਫੜ ਕੇ, ਤਾਂ ਇਹ ਚਾਰ ਬੰਦੇ ਸਹਿਮਤ ਨੇ ਅਤੇ ਪੰਜਵਾਂ ਵੀਰ ਜੀ ਕਹਿੰਦੇ ਨਹੀਂ ਮੈਨੂੰ ਨਾ ਕੁੱਟੋ, ਪਰ ਚਾਰ ਬੰਦੇ ਕਹਿੰਦੇ ਇਹ ਲੋਕਤੰਤਰ ਦੇ ਹਿਸਾਬ ਨਾਲ ਜਾਇਜ਼ ਹੈ, ਇਹ ਸਹੀ ਹੈ ਲੋਕਤੰਤਰ ਦੇ ਵਿੱਚ ਕਿ ਨਹੀਂ? ਤੁਸੀਂ ਸਹਿਮਤ ਹੋ? ਕਿਉਂਕਿ ਡੈਮੋਕਰੇਸੀ ਦੇ ਵਿੱਚ ਚਾਰ ਜਾਣੇ ਕਹਿ ਰਹੇ ਕਿ ਕੁੱਟੋ, ਇੱਕ ਬੰਦੇ ਕਹਿੰਦੇ ਨਾ ਮੈਨੂੰ ਨਾ ਕੁੱਟੋ, ਫਿਰ ਵੀ ਚਾਰਾਂ ਦੀ ਮਰਜ਼ੀ ਚੱਲਦੀ ਹੈ। ਇਹ ਲੋਕਤੰਤਰ ਦੇ ਹਿਸਾਬ ਨਾਲ ਸਹੀ ਹੈ, ਪਰ ਇਹ ਇਨਸਾਫ ਹੈ ਕਿ ਨਹੀਂ? ਨਹੀਂ ਹੈ, ਇਹ ਜਮੇ ਇਨਸਾਫ ਨਹੀਂ ਹੈ। ਇਸ ਕਰਕੇ ਸਾਡੇ ਜੇ ਅਸੀਂ ਇਤਿਹਾਸਿਕ ਤੌਰ 'ਤੇ ਦੇਖੀਏ, ਤੁਹਾਡੇ ਸਾਹਮਣੇ ਤੁਹਾਡੇ ਵਿੱਚ ਬਹੁਤ ਜ਼ਿਆਦਾ ਮੈਥੋਂ ਬਹੁਤ ਜ਼ਿਆਦਾ ਜਾਣਦੇ ਨੇ, ਪਰ ਸਾਡੇ ਇਤਿਹਾਸ ਵਿੱਚ ਅਸੀਂ ਸਰਬਸਹਿਮਤੀ ਦੀ ਗੱਲ ਕੀਤੀ ਹੈ ਕਿ ਕੰਸੈਂਸਸ ਤੌਰ 'ਤੇ ਫੈਸਲੇ ਲੈਣੇ। ਸੋ ਕੰਸੈਂਸਸ ਫੈਸਲੇ ਲੈਣੇ ਇਹ ਤੋਂ ਕਿਤੋਂ ਉੱਚੀ ਚੀਜ਼ ਹੈ। ਸੋ ਇਸ ਅਸੂਲ ਦੇ ਉੱਤੇ ਅਸੀਂ ਸੋਚਿਆ, ਮੈਂ ਸੋਚਿਆ ਕਿ ਅਸੀਂ ਸਿੱਖ ਇੰਸਪੀਰੇਸ਼ਨ ਤੋਂ ਲੈ ਕੇ, ਸਿੱਖ ਇਤਿਹਾਸ ਤੋਂ ਲੈ ਕੇ, ਆਪਣੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਕਿ ਅਸੀਂ ਕੁਛ ਨਵਾਂ ਪੇਸ਼ ਕਰ ਸਕਦੇ ਹਾਂ, ਇੱਕ ਨਵਾਂ ਕਿਸਮ ਦਾ ਗਵਰਨੈਂਸ, ਜਿਹਦੇ 'ਚ ਅਸੀਂ ਲੋਕਤੰਤਰ ਤੋਂ ਅੱਗੇ ਅਸੀਂ ਸਰਬਸਹਿਮਤੀ ਦੀ ਗੱਲ ਪੇਸ਼ ਕਰ ਸਕਦੇ ਹਾਂ। ਸੋ ਕੱਲ੍ਹ ਨੂੰ ਅਸੀਂ ਕੰਮ ਕਰਾਂਗੇ ਇਸ ਵਿਸ਼ੇ ਦੇ ਉੱਤੇ। ਅੱਜ ਇਸ ਵਿਸ਼ੇ 'ਤੇ ਕਈ ਗੱਲਾਂ ਹੋਈਆਂ, ਪਰ ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜੇ ਤੁਸੀਂ ਸਹਿਮਤ ਹੋ ਕਿ ਨਹੀਂ, ਕਿ ਕੀ ਹੈ, ਮੈਨੂੰ ਇਹਦੇ ਬਾਰੇ ਬਹੁਤ ਵਿਚਾਰ ਹੋਣਗੇ, ਪਰ ਕੁਛ ਹੈਗਾ ਆ ਤੁਹਾਡੇ ਦਿਲ 'ਚ, ਜੇ ਤੁਸੀਂ ਅਕਾਲ ਤਖਤ ਸਾਹਿਬ ਬਾਰੇ ਇਸ ਵਕਤ ਸੋਚੋ ਕਿ ਉਹਦੇ 'ਚ ਕੁਛ ਨਾ ਕੁਛ ਗਲਤੀ ਹੈਗੀ ਹੈ ਇਸ ਵਕਤ ਸਿਸਟਮ ਦੇ ਵਿੱਚ। ਅਕਾਲ ਤਖਤ ਸਾਹਿਬ ਜਿਹੜਾ ਅਸੂਲ ਨਹੀਂ, ਪਰ ਇਸ ਵਕਤ ਦਾ ਜਿਹੜੇ ਇੰਪਲੀਮੈਂਟੇਸ਼ਨ ਹੈਗਾ ਅਕਾਲ ਤਖਤ ਸਾਹਿਬ ਦਾ, ਇਸ ਵਕਤ ਅਕਾਲ ਤਖਤ ਸਾਹਿਬ ਦਾ ਐਡਮਿਨਿਸਟ੍ਰੇਸ਼ਨ ਲੈ ਲਓ, ਇੰਪਲੀਮੈਂਟੇਸ਼ਨ ਸਿਸਟਮ ਲੈ ਲਓ, ਢਾਂਚਾ ਲੈ ਲਓ, ਜਿਹੜਾ ਅਸੂਲ ਹੈ, ਨਹੀਂ ਅਸੂਲ ਤਾਂ ਅਸੂਲ ਆ। ਅਕਾਲ ਤਖਤ ਸਾਹਿਬ ਦਾ ਅਸੂਲ ਮੈਂ ਉੱਥੇ ਨਹੀਂ ਜਾਂਦਾ, ਮੈਂ ਕਹਿੰਦਾ ਕਿ ਉਹਨਾਂ ਦਾ ਇੰਪਲੀਮੈਂਟੇਸ਼ਨ, ਉਹਦਾ ਐਡਮਿਨਿਸਟ੍ਰੇਸ਼ਨ, ਉਹਦਾ ਕਿਸ ਤਰੀਕੇ ਨਾਲ ਫੈਸਲੇ ਲੈ ਰਹੇ ਨੇ, ਉਹਦੇ 'ਚ ਤੁਹਾਨੂੰ ਦਿਲੋਂ ਕੁਛ ਲੱਗਦਾ ਕਿ ਕੁਛ ਸਹੀ ਨਹੀਂ ਹੈਗਾ। ਉਹਦੇ 'ਚ ਤੁਸੀਂ ਸਾਰੇ ਸਹਿਮਤ ਹੈਗੇ ਹੋ? ਜੇ ਸਹਿਮਤ ਹੋ ਖੜੇ ਹੋ ਜਾਓ ਜਾਂ ਹੱਥ ਖੜੇ ਕਰੋ। ਖੜੇ ਹੋਣਾ ਵੀ ਵਧੀਆ ਹੁੰਦਾ, ਵਰਜਿਸ਼ ਹੁੰਦਾ, ਤਾਂ ਹੀ ਫਿਰ ਮੈਂ ਫਿੱਟ ਫਾਟ ਆ, ਮੇਰੇ ਸੂਟ ਵਧੀਆ ਲੱਗਦੇ ਨੇ ਕਿਉਂਕਿ ਮੈਂ ਖੜਾ ਰਹਿਣਾ ਆ ਬਹੁਤ ਵਾਰੀ। ਠੀਕ ਹੈ, ਇਹਦੇ 'ਚ ਅਸੀਂ ਸਾਰੇ ਸਹਿਮਤ ਸੀਗੇ। ਇਹਦੇ 'ਚ ਕੋਈ ਹੈਗਾ ਜਿਹੜਾ ਸਹਿਮਤ ਨਹੀਂ ਆ ਕਿ ਨਹੀਂ, ਜਿਸ ਢਾਂਚਾ ਹੈਗਾ, ਜਿਸ ਐਡਮਿਨਿਸਟ੍ਰੇਸ਼ਨ ਹੈਗਾ, ਜਿਸ ਤਰੀਕੇ ਨਾਲ ਚੱਲ ਰਿਹਾ ਫੈਸਲਾ, ਸਾਰਾ ਕੁਛ ਬਿਲਕੁਲ ਹੀ 100% ਸਹੀ ਹੈ? ਕੋਈ ਕਹਿੰਦਾ ਕਿ 100% ਸਹੀ ਹੈ? ਲਓ ਜੀ, ਤੁਸੀਂ ਸਰਬਸਹਿਮਤੀ ਦਿਖਾਇਆ।
ਇਹਦੇ 'ਚ ਸਾਰਿਆਂ ਨੇ ਸਹਿਮਤੀ ਤੇ ਕਿਸੇ ਨੇ ਨਾ ਨਹੀਂ ਕਿਹਾ। ਵਧੀਆ ਗੱਲ ਨਹੀਂ? ਤੁਸੀਂ ਤਾੜੀਆਂ ਜ਼ਰੂਰ ਮਾਰੋ ਫਿਰ ਇਸੇ ਗੱਲ ਤੇ। ਦੂਜੀ ਜਿਹੜੀ ਗੱਲ ਹੈ, ਇਹ ਹੁਣ ਇਹ ਤੋਂ ਵੀ ਔਖੀ ਗੱਲ ਹੈ। ਹੁਣ ਅਸੀਂ ਮੰਨ ਲਿਆ ਕਿ ਸਾਡੇ ਦਿਲ 'ਚ ਕੁਛ ਹੈਗਾ ਕਿ ਇਹਦੇ 'ਚ ਕੁਛ ਸਹੀ ਨਹੀਂ ਹੈਗਾ, ਜੋ ਅਸੀਂ ਪਿਛਲਾ ਸਵਾਲ ਦੀ ਗੱਲ ਹੈ। ਹੁਣ ਦੂਜੀ ਸਵਾਲ ਇਹ ਹੈ ਕਿ ਤੁਸੀਂ ਕੁਛ ਇਹਦੇ ਬਾਰੇ ਕਰਨਾ ਚਾਹੁੰਦੇ ਹੋ। ਕੀ ਕਰਨਾ ਚਾਹੁੰਦੇ ਹੋ? ਮੈਂ ਇਹ ਨਹੀਂ ਕਹਿ ਰਿਹਾ ਕਿ ਇੱਦਾਂ ਕਰਨਾ ਜਾਂ ਉੱਦਾਂ ਕਰਨਾ, ਪਰ ਤੁਸੀਂ ਮੰਨਦੇ ਹੋ ਤੁਹਾਡੇ ਦਿਲ 'ਚ ਕੁਛ ਇਹਦੇ 'ਚ ਕੁਛ ਪ੍ਰੋਬਲਮ ਹੈਗਾ ਆ ਤੇ ਉਹਦੇ ਬਾਰੇ ਤੇ ਉਹਦੇ ਹੱਲ 'ਚ ਕੁਛ ਕਰਨਾ ਚਾਹੁੰਦੇ ਹੋ। ਤੁਸੀਂ ਸਹਿਮਤ ਹੋ? ਹੱਥ ਖੜੇ ਕਰੋ। ਤੇ ਕੋਈ ਹੈਗਾ ਜਿਹੜਾ ਨਹੀਂ ਹੈ, ਜਿਹੜਾ ਕੁਛ ਇਹਦੇ ਬਾਰੇ ਕੁਛ ਨਹੀਂ ਕਰਨਾ ਚਾਹੁੰਦਾ? ਹੱਥ। ਤੁਸੀਂ ਨਹੀਂ ਕੁਛ ਕਰਨਾ ਚਾਹੁੰਦੇ? ਉਹ ਯਾਰ, ਉਹ ਨੋ, ਮੇਰਾ ਸਰਬ ਸਹਿਮਤੀ ਦੀ ਗੱਲ ਖਰਾਬ ਹੋ ਗਈ ਫਿਰ। ਚਲੋ ਸ਼ਾਇਦ ਅਸੀਂ ਗੱਲ ਕਰਕੇ ਫਿਰ ਠੀਕ ਹੋ ਸਕਦਾ। ਹਾਂਜੀ ਦੱਸੋ। ਹਾਂਜੀ ਓਕੇ, ਥੈਂਕ ਯੂ ਭਾਈ ਸਾਹਿਬ। ਠੀਕ ਹੈ ਠੀਕ ਹੈ ਠੀਕ ਹੈ, ਮੈਂ ਸਮਝ ਗਿਆ ਭਾਈ ਸਾਹਿਬ ਕਿ ਤੁਸੀਂ ਤੁਹਾਡੀ ਗੱਲ ਕੋਈ ਠੀਕ ਹੈ, ਪਰ ਉਹ ਮੇਰਾ ਸਵਾਲ ਨਹੀਂ ਸੀਗਾ ਕਿ ਤੁਹਾਡੀ ਗੱਲ ਸੁਣਨਗੇ ਕਿ ਨਹੀਂ। ਮੇਰਾ ਸਵਾਲ ਸੀਗਾ ਕਿ ਤੁਸੀਂ ਕੁਝ ਕਰਨਾ ਚਾਹੁੰਦੇ ਹੋ। ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਗੱਲ ਸੁਣਨਗੇ ਕਿ ਤੁਹਾਡਾ ਕੰਮ ਕਾਮਯਾਬ ਹੋਊਗਾ, ਪਰ ਤੁਹਾਡੇ ਦਿਲ 'ਚ ਇਹ ਇੱਛਾ ਹੈਗਾ ਕਿ ਤੁਸੀਂ ਕੁਝ ਕਰਨਾ ਚਾਹੁੰਦੇ ਹੋ। ਓਕੇ ਠੀਕ ਹੈ ਠੀਕ ਹੈ ਭਾਈ ਸਾਹਿਬ, ਮੈਂ ਤੁਹਾਡੀ ਗੱਲ ਮੰਨਦਾ, ਪਰ ਫਿਰ ਵੀ ਤੁਸੀਂ ਮੰਨੋਗੇ ਭਾਵੇਂ ਤੁਹਾਡੇ ਕੋਲ ਇਹ ਸ਼ੱਕ ਆ ਕਿ ਹੋ ਸਕਦਾ ਨਹੀਂ ਹੋ ਸਕਦਾ, ਪਰ ਤੁਹਾਡਾ ਜੀ ਤਾਂ ਕਰਦਾ ਆ। ਮੈਨੂੰ ਪਤਾ, ਤਾਂ ਹੀ ਤੁਸੀਂ ਖੜੇ ਹੋ ਕੇ ਗੱਲ ਕੀਤੀ ਆ। ਜੀ ਤਾਂ ਕਰਦਾ। ਚਲੋ ਸਹੀ ਗੱਲ ਹੈ। ਸੋ ਮੈਂ ਇਸ ਲਈ ਕਿਹਾ ਕਿ ਤੁਸੀਂ ਖੜੇ ਹੋ ਜਾਓ, ਕਿਉਂਕਿ ਫਿਰ ਲੱਤਾਂ ਦੀ ਵਾਰਿਸ਼ ਹੁੰਦੀ ਆ। ਕਈ ਕਹਿੰਦੇ ਜਕਾਰਾ, ਠੀਕ ਹੈ। ਸੋ ਅਖੀਰਲੀ ਵਾਰੀ ਹੁਣ ਮੇਰੀ ਜਿਹੜੀ ਐਕਟੀਵਿਟੀ ਤੁਸੀਂ ਸਮਝ ਗਏ ਕਿ ਅਸੀਂ ਸਰਬਸਹਿਮਤੀ ਵੱਲ ਜਾ ਸਕਦੇ ਹਾਂ। ਅਸੀਂ ਕਰਕੇ ਦਿਖਾਇਆ ਵੀ, ਇੰਨੇ ਅਲੱਗ-ਅਲੱਗ ਵਿਚਾਰਾਂ ਦੇ ਵਿੱਚ ਵੀ ਇਹ ਹੋ ਗਿਆ। ਸੋ ਬੜੀ ਮਾਣ ਵਾਲੀ ਗੱਲ ਹੈ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਸਾਡੇ 'ਚ ਬਹੁਤ ਆਸ ਹੈਗੇ, ਪੋਟੈਂਸ਼ੀਅਲ ਬਹੁਤ ਕੁਛ ਹੈਗਾ। ਤੁਸੀਂ ਇੱਕ ਵਾਰੀ ਜਕਾਰਾ ਬੁਲਾਓ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਇਹ ਅੱਜ ਦਾ ਐਕਟੀਵਿਟੀ ਪ੍ਰੋਗਰਾਮ ਸੀਗਾ। ਜੇ ਤੁਹਾਨੂੰ ਅੱਛਾ ਲੱਗਿਆ, ਮੈਂ ਕੱਲ ਨੂੰ ਵੀ ਇੱਥੇ ਹੋਊਂਗਾ। ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਜ਼ਰੂਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜਗਮੀਤ ਸਿੰਘ। ਕਈ ਵਾਰ ਨਾ ਸਾਨੂੰ ਤੁਹਾਨੂੰ ਲੱਗ ਵੀ ਰਿਹਾ ਹੋਣਾ ਕਈਆਂ ਨੂੰ ਅਜੀਬ ਜਿਹਾ, ਬੜੇ ਪਰਪਸਫੁਲੀ ਅਸੀਂ ਇਹਦੇ 'ਚ ਪਾਇਆ ਸੀਗਾ ਤਾਂ ਕਿ ਥੋੜ੍ਹਾ ਜਿਹਾ ਬੰਦਾ ਥੋੜ੍ਹਾ ਹੱਸ ਲਵੇ ਨਾ, ਉੱਦਾਂ ਹੀ ਠੀਕ ਹੋ ਜਾਂਦਾ। ਨਹੀਂ ਤਾਂ ਅਸੀਂ ਇਹੀ ਸੋਚੀ ਜਾਂਦੇ ਹਾਂ ਕਿ ਉਹਨੇ ਮੇਰੇ ਬਾਰੇ ਅੱਜ ਕੀ ਕਹਿਤਾ ਸੀਗਾ। ਐਨੀਵੇ, ਸੋ ਨਾਓ ਨੈਕਸਟ 20 ਮਿੰਟਸ ਐਂਡ ਵੀ ਗੋਨਾ ਸਟਿਕ ਟੂ ਥੀਸ 20 ਮਿੰਟਸ। ਇਹ ਅਸੀਂ ਫੋਰਮ ਰੱਖਿਆ ਤੁਹਾਡਾ ਫੀਡਬੈਕ ਲੈਣ ਲਈ। ਥੋੜ੍ਹਾ ਜਿਹਾ ਜਿਹੜੀ ਚੀਜ਼ ਤੁਹਾਨੂੰ ਨਹੀਂ ਠੀਕ ਲੱਗ ਰਹੀ ਹੈ ਜਾਂ ਠੀਕ ਲੱਗ ਰਹੀ ਹੈ, ਤਾਂ ਕਿ ਉਹਨੂੰ ਟਮੋਰੋ ਆਨਵਰਡਸ ਅਸੀਂ ਦਰੁਸਤ ਕਰ ਲਈਏ। ਠੀਕ ਹੈ ਜੀ। ਸਪੈਸ਼ਲੀ ਜਿਹੜੇ ਹੁਣ ਤੱਕ ਨਹੀਂ ਕੁਝ ਬੋਲੇ ਉਹਨਾਂ ਨੂੰ 30 ਸੈਕਿੰਡਸ ਔਰ ਲੈਸ। ਉਹ ਰੂਲ ਇਸ ਕਰਕੇ ਹੈਗਾ, ਜੇ ਤੁਹਾਡੇ ਕੋਲ ਟਾਈਮ ਘੱਟ ਹੁੰਦਾ ਨਾ, 1 ਘੰਟੇ ਦਾ ਲੈਕਚਰ ਬਹੁਤ ਸੌਖਾ ਹੁੰਦਾ, 5 ਮਿੰਟ ਦਾ ਲੈਕਚਰ ਬਹੁਤ ਔਖਾ ਹੁੰਦਾ। ਐਂਡ ਜਨਰਲੀ ਸਪੀਕਿੰਗ ਅੱਜ ਦੀ TV ਵਾਈਡ ਤੁਸੀਂ ਜਾਓਗੇ ਨਾ ਕੋਈ ਪ੍ਰੋਪਰ ਚੈਨਲਸ 'ਤੇ, ਨਾਟ ਜਿਵੇਂ ਇੰਡੀਆ 'ਚ ਬੋਲਣ ਨਹੀਂ ਦਿੰਦਾ ਤੁਹਾਨੂੰ ਜਿਹੜਾ ਟਾਈਮਸ ਨਾਓ ਵਾਲਾ, ਬਟ ਉੱਥੇ ਤਾਂ ਤੁਹਾਨੂੰ 2 ਮਿੰਟ ਵਿੱਚ ਆਪਣੀ ਗੱਲ ਕਰਨੀ ਹੁੰਦੀ ਹੈ। ਦੈਟਸ ਹਾਊ ਇਟ ਵਰਕਸ। ਸੋ ਐਨੀਵੇ, ਆਪਾਂ ਇਹ ਚੀਜ਼ਾਂ ਸਾਰਿਆਂ ਨੇ ਸਿੱਖਣੀਆਂ ਨੇ। ਨੋਬਡੀ ਇਜ਼ ਟੀਚਿੰਗ ਅਸ, ਵੀ ਲਰਨ ਟੁਗੈਦਰ। ਦੈਟਸ ਵਾਟ ਇਟ ਇਜ਼। ਸੋ ਇਹ ਤੁਹਾਡਾ ਟਾਈਮ ਆ। ਤੁਸੀਂ ਕੋਈ ਖੜ ਕੇ ਜੇ ਕੋਈ ਇਨਪੁਟ ਦੇਣਾ, ਆਪਣਾ ਹੱਥ ਰੇਜ਼ ਕਰਿਓ ਪਲੀਜ਼। ਅਤੇ ਜਿਹੜੇ ਆਰਗੇਨਾਈਜ਼ਰਸ ਨੇ ਅਤੇ ਜਿਹੜੇ ਮੇਨ ਬੁਲਾਰੇ ਅੱਜ ਵੀ ਸੀਗੇ, ਅਤੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਅਗਲੇ 2 ਦਿਨ ਵਿੱਚ ਹੀ ਆਉਣਗੇ, ਕਿਉਂਕਿ ਦੇ ਆਰ ਸਬਜੈਕਟ ਮੈਟਰ ਐਕਸਪਰਟਸ ਇਨ ਦੇਅਰ ਫੀਲਡ। ਈਵਨ ਇਫ ਦੇ ਡੋਂਟ ਅਗਰੀ ਵਿਦ ਈਚ ਅਦਰ, ਇਟਸ ਓਕੇ। ਦਿਸ ਇਜ਼ ਵਾਟ ਵੀ ਹੈਵ ਟੂ ਲਰਨ ਟੂ ਡੂ। ਉਹਦੇ ਮੈਂ ਇੱਕ ਰੀਜ਼ਨ ਤੁਹਾਨੂੰ ਦਿੰਦਾ ਕਿ ਕਿਉਂ ਜ਼ਰੂਰੀ ਹੈਗਾ। ਕੰਸੈਂਸਸ ਬਿਲਡਿੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰਿਆਂ ਦੀ ਸੰਮਤੀ ਹਰ ਵੇਲੇ ਹੋਊਗੀ। ਇਹ ਇੱਕ ਬੜੀ ਮਿਸਅੰਡਰਸਟੂਡ ਗੱਲ ਆ ਕੰਸੈਂਸਸ ਬਿਲਡਿੰਗ ਦੀ। ਜਿਹੜੇ ਕੰਸੈਂਸਸ ਬਿਲਡਿੰਗ ਦੇ ਅੱਜ ਦੇ ਦੌਰ ਦੇ ਟੂਲਸ ਨੇ ਜਾਂ ਜਿੱਥੇ ਸਿਖਾਈ ਜਾ ਰਹੀ ਆ, ਉੱਥੇ ਜੇ ਹਰ ਇੱਕ ਬੰਦਾ ਹਰ ਚੀਜ਼ ਬਲੌਕ ਕਰੀ ਜਾਵੇ, ਉਹਨੂੰ ਉਸ ਸਿਸਟਮ 'ਚੋਂ ਬਾਹਰ ਕੱਢਣ ਦੇ ਵੀ ਤਰੀਕੇ ਹੁੰਦੇ ਨੇ।
ਬਟ ਸਾਨੂੰ ਇਹ ਇੰਟਰਨਲੀ ਡੈਮੋਨਸਟ੍ਰੇਟ ਕਰਨ ਦੀ ਲੋੜ ਆ। ਅਜੇ ਆਪਾਂ ਨੂੰ ਕਣੀਆਂ ਚੀਜ਼ਾਂ ਸਿੱਖਣੀਆਂ ਪੈਣਗੀਆਂ, ਕਿਉਂਕਿ ਸਾਡੇ ਸਿਸਟਮ ਵਿੱਚ ਤਾਂ ਸਰਵਸਹਿਮਤੀ ਜਕਾਰੇ ਬੁਲਾ ਕੇ ਕਰਾ ਲੈਂਦੇ ਨੇ। ਇਦਾਂ ਨਹੀਂ ਹੁੰਦੀ ਸਰਵਸਹਿਮਤੀ, ਉਹ ਪ੍ਰਵਾਨਗੀ ਆ। ਸਰਵਸਹਿਮਤੀ ਲਈ ਤਾਂ ਤੁਹਾਨੂੰ ਡਿਲੀਬਰੇਟ ਕਰਨਾ ਪੈਣਾ, ਆਪਣੀ ਆਪੋਜੀਸ਼ਨ ਦੱਸਣੀ ਪੈਣੀ ਆ, ਵਿਊ ਪੁਆਇੰਟ ਦੇਣੇ ਪੈਣੇ ਨੇ, ਤੇ ਜਿਹੜਾ ਫੈਸਲਾ ਹੋ ਜਾਂਦਾ ਫਿਰ ਉਹ ਸਾਰਿਆਂ ਨੂੰ ਮੰਨਣਾ ਪੈਂਦਾ, ਈਵਨ ਇਫ ਯੂ ਡਿਸਐਗਰੀਡ ਵਿਦ ਇਟ। ਦੈਟਸ ਪਾਰਟ ਆਫ ਦਾ ਪ੍ਰੋਸੈਸ। ਜਿਹੜਾ ਬੰਦਾ ਇਹ ਪ੍ਰੋਸੈਸ ਚਾਹੁੰਦਾ ਹੀ ਨਹੀਂ, ਤੁਹਾਡੇ ਕੋਲੋਂ ਅਸੀਂ ਹੁਣ ਸਵਾਲ ਬਾਅਦ ਚ ਲਵਾਂਗੇ, ਤੁਸੀਂ ਇੰਟਰਫੀਅਰ ਨਾ ਕਰੋ, ਤੁਸੀਂ ਇੰਟਰਫੀਅਰ ਨਾ ਕਰੋ, ਤੁਸੀਂ ਬਾਰ-ਬਾਰ ਇੰਟਰਫੀਅਰ ਕਰ ਰਹੇ ਹੋ। ਲਿਸਨ ਲਿਸਨ, ਅਜੇ ਕੁਐਸਚਨ ਲੈਣੇ। ਹਾਂਜੀ, ਲੇਕਿਨ ਤੁਸੀਂ ਇੰਸਟਰਕਸ਼ਨ ਨਹੀਂ ਸੁਣੀਆਂ ਨਾ, ਤੁਹਾਨੂੰ ਫਿਰ ਅਸੀਂ ਜੇ ਲੋੜ ਪਈ ਫਿਰ ਬਾਹਰ ਛੱਡ ਆਵਾਂਗੇ। ਤੁਸੀਂ ਇੰਟਰਫੀਅਰ ਕਰ ਰਹੇ ਹੋ ਹਰ ਗੱਲ ਤੇ। ਭਾਈ ਸਾਹਿਬ ਜੀ ਨਹੀਂ, ਤੁਸੀਂ ਸੁਣੋ ਪਹਿਲਾਂ। ਨੋ, ਯੂ ਆਰ ਨਾਟ ਅਲਾਉਡ ਟੂ ਟਾਕ, ਯੂ ਆਰ ਨਾਟ ਅਲਾਉਡ ਟੂ ਟਾਕ ਰਾਈਟ ਨਾਓ, ਯੂ ਆਰ ਨਾਟ ਅਲਾਉਡ ਟੂ ਟਾਕ, ਹੀ ਇਜ਼ ਨਾਟ ਅਲਾਉਡ ਟੂ ਟਾਕ, ਬਿਕਾਜ਼ ਤੁਸੀਂ ਬਾਰ-ਬਾਰ, ਤੁਸੀਂ ਹਰ ਸੈਸ਼ਨ ਦੇ ਵਿੱਚ ਖੜ ਕੇ ਇੰਟਰਫੀਅਰ। You need to be quiet. Take him outside because he's interfering every session. ਨਹੀਂ ਹੈਗਾ, ਉਹ ਹਰ ਸੈਸ਼ਨ 'ਚ ਇੱਦਾਂ ਕਰ ਰਹੇ ਨੇ। ਸੋ ਐਨੀਵੇ, ਰਿਕੁਐਸਟ ਸੀਗੀ ਕਿ 30 ਸੈਕਿੰਡਸ ਤੋਂ 1 ਮਿੰਟ ਦੇ ਵਿੱਚ ਜਿਨ੍ਹਾਂ ਨੇ ਆਪਣੇ ਵਿਚਾਰ ਦੇਣੇ ਨੇ ਸ਼ੁਰੂ ਕਰ ਲਓ। ਆਪਣਾ ਹੱਥ ਖੜਾ ਕਰੋਗੇ ਤਾਂ ਨਾਲ ਕਾਲ ਸਮਬਡੀ, ਸਪੈਸ਼ਲੀ ਜਿਹੜਾ ਹੁਣ ਤੱਕ ਨਹੀਂ ਬੋਲਿਆ, ਪਹਿਲਾਂ ਉਹਨਾਂ ਨੂੰ ਟਾਈਮ ਦਿੱਤਾ ਜਾਓ। ਹਾਂਜੀ ਬਜ਼ੁਰਗੋ, ਤੇ ਮੈਂ ਐਕਚੁਅਲੀ ਇਹ ਕਹਿ ਦੇਵਾਂ, ਜਿਨ੍ਹਾਂ ਨੇ ਕਹਿਣਾ ਹੈਗਾ ਨਾ, ਪਲੀਜ਼ ਇੱਥੇ ਆਉਣਾ ਸ਼ੁਰੂ ਕਰ ਦਿਓ। 5-7 ਜਣੇ ਇੱਥੇ ਆ ਜਾਓ, ਫਿਰ ਅਸੀਂ ਉਸ 'ਤੇ ਰਿਸਪੌਂਸ 'ਤੇ ਨੋਟ ਲਵਾਂਗੇ, ਫਿਰ ਆਪਣੇ ਕੱਲ੍ਹ ਦਾ ਡੀਟੇਲ ਏਜੰਡੇ 'ਚ ਡਿਸਕਸ਼ਨ ਕਰਾਂਗੇ। ਜਿਨ੍ਹਾਂ ਨੇ ਵੀ ਆਪਣੇ ਵਿਚਾਰ ਦੇਣੇ ਨੇ ਪਲੀਜ਼ ਇੱਥੇ ਆ ਜਾਓ। ਐਂਡ ਤੁਹਾਨੂੰ ਰਿਕੁਐਸਟ ਸਿਰਫ ਇਹ ਹੈ, ਮੈਂ 2 ਮਿੰਟ ਬਾਅਦ ਤੁਹਾਨੂੰ ਰੋਕ ਦਾਂਗਾ ਜੇ ਤੁਸੀਂ ਉਸ ਤੋਂ ਵੱਧ ਲਏ। ਵੈਸੇ 30 ਸੈਕਿੰਡਸ ਤੇ 1 ਮਿੰਟ ਵਿੱਚ ਗੱਲ ਕਰਿਓ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰੀ ਬੇਨਤੀ ਇਸ ਪ੍ਰਕਾਰ ਹੈ, ਤੁਸੀਂ ਸਾਰੇ ਬੁੱਧੀਜੀਵੀ ਬੈਠੇ ਹੋ, ਆਹ ਬਹੁਤ ਸੋਹਣਾ ਲਿਖਿਆ ਹੈ, ਵਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਖੜ ਤੋਂ ਪੰਥ ਬਚਾਓ। ਬਹੁਤ ਵਧੀਆ। ਕੀ ਇਹ ਤੇ ਪਹਿਰਾ ਦਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਦਾ ਹੀ ਹੁਕਮ ਮੰਨਿਆ? ਉਹਨੇ ਜਾਤ ਪਾਤ ਖਤਮ ਕੀਤੀ ਸੀ, ਮਾਫ ਕਰਨਾ। ਉਹਨਾਂ ਨੇ ਸਾਰੀਆਂ ਝੂਰ ਲੈ, ਨਾਈ ਲੈ, ਸ਼ੀਬੇ ਲੈ, ਜਾਟ ਲੈ, ਖੱਤਰੀ ਲੈ, ਇੱਕ ਖਾਲਸਾ ਸਾਜਿਆ। ਕੀ ਅੱਜ ਢਿੱਲੋਂ, ਅੱਜ ਗਿੱਲ, ਅੱਜ ਲਬਾਣਿਆਂ ਦੇ ਗੁਰਦੁਆਰੇ, ਅੱਜ ਰਾਮਗੜੀਆਂ ਦੇ ਗੁਰਦੁਆਰੇ, ਇਹ ਸਾਰੇ ਕਿਉਂ ਵੱਖ-ਵੱਖ ਹੋ ਗਏ? ਉਹਦਾ ਵੱਖ ਹੋਣ ਦਾ ਕਾਰਨ ਇਹ ਸੀ ਕਿ ਅਸੀਂ ਦੂਸਰਿਆਂ ਨੂੰ ਨਾਲ ਲਾਇਆ ਹੀ ਨਹੀਂ, ਗੁਰੂ ਗੋਬਿੰਦ ਸਿੰਘ ਦਾ ਹੁਕਮ ਨਹੀਂ ਮੰਨਿਆ। ਜੇ ਹੁਕਮ ਮੰਨਿਆ ਹੁੰਦਾ ਤਾਂ ਸਾਰੇ ਖਾਲਸੇ ਲਾਉਂਦੇ ਪਿੱਛੇ, ਤੇ ਇੱਕ ਬਰਾਦਰੀ ਸਾਡੀ ਹੁੰਦੀ, ਇੱਕ ਸਾਡਾ ਇਕੱਠ ਹੁੰਦਾ, ਔਰ ਅਸੀਂ 10 ਵੱਧ ਲੋਕਾਂ ਨੇ ਸਾਡੀ ਆਵਾਜ਼ ਸੁਣ ਸਕਦੇ ਹੋ। ਤੁਸੀਂ ਅਸੀਂ ਸੁਣਾ ਸਕਦੇ ਹਾਂ ਜੇ ਸਾਡੀ ਆਵਾਜ਼ ਇੱਕ ਹੋਵੇ। ਉਹ ਸਾਡੀ ਆਵਾਜ਼ ਵੱਖਰੀ ਵੱਖਰੀ ਹੈ। ਜਦੋਂ ਸਾਡੀ ਆਵਾਜ਼ ਵੱਖਰੀ ਵੱਖਰੀ ਹੈ ਤਾਂ ਅਸੀਂ ਕਿਸੇ ਸਾਨੂੰ ਕਿਹਨੇ ਮੰਨਣਾ? ਕਿਸੇ ਨੇ ਨਹੀਂ ਮੰਨਣਾ। ਜੇ ਤੁਸੀਂ ਚਾਹੁੰਦੇ ਹੋ ਨਾ, ਦੇਖੋ ਮੇਰੀ ਗੱਲ ਸੁਣੋ, ਅਬਦਾਲੀ ਨੇ ਆਫਰ ਕੀਤਾ ਸੀ ਰਾਜ, ਕਿ ਤੁਸੀਂ ਮੈਨੂੰ ਬੜਾ ਲਿਖ ਦਿਓ, ਤੁਸੀਂ ਰਾਜ ਕਰੋ। ਲੇਕਿਨ ਸਿੱਖਾਂ ਨੇ ਕਹਿੰਦੇ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਨਾਲ ਤੇਗ ਨਾਲ ਲਵਾਂਗੇ। ਉਹਨਾਂ ਲਿਆ, ਮਾਫ ਕਰਨਾ, ਇੱਕ ਸੈਕਿੰਡ ਬਸ। ਹੁਣ ਵੋਟਾਂ ਦਾ ਰਾਜ, ਤੇਗ ਦਾ ਰਾਜ ਨਹੀਂ। ਜੇ ਤੁਹਾਡਾ ਇਕੱਠ ਹੋਵੇ, ਜੇ ਤੁਹਾਡੀਆਂ ਵੋਟਾਂ ਹੋਣ, ਤੇ ਅੱਜ ਹੀ ਪੰਜਾਬ ਸੁਧਰ ਸਕਦਾ, ਅੱਜ ਹੀ ਕਾਲ ਤਖਤ ਜਗਤ ਦਾ ਤੁਸੀਂ ਬਦਲ ਸਕਦੇ ਹੋ, ਸਭ ਕੁਛ ਕਰ ਸਕਦੇ ਹੋ। ਆਪਣਾ ਸਾਡਾ ਇਕੱਠ ਹੈ ਨਹੀਂ, ਵੱਖਰੇ ਵੱਖਰੇ ਸਾਡੇ ਵਿਊ, ਵੱਖਰੇ ਵੱਖਰੇ ਸਾਡੇ। ਸੋ ਮੈਂ ਮਾਫ ਕਰਨਾ, ਮੈਨੂੰ ਟਾਈਮ 2 ਮਿੰਟ ਮਿਲਿਆ ਸੀ, ਮੇਰੇ ਆਪਣੇ ਜਜ਼ਬਾਤ ਸੀ, ਮੈਂ ਉਹ ਰੱਖ ਦਿੱਤੇ ਨੇ। ਔਰ ਇਸ 'ਤੇ ਵਿਚਾਰ ਕਰੋ, ਬੁੱਧੀਜੀਵੀ ਵਿਚਾਰ ਕਰੋ, ਜੇ ਤੁਸੀਂ ਬੁੱਧੀਜੀਵੀ ਕਹਾਂਦੇ ਹੋ। ਬਸ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ। ਸੋ ਇਫ ਵੀ ਕੈਨ ਹੋਲਡ ਥੋੜੀ ਜਿਹੀਆਂ ਕਲੈਪਸ ਵਗੈਰਾ। ਰਿਕੁਐਸਟ ਹੈਗੀ, ਤੁਸੀਂ, ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਕਮੈਂਟ ਕਰ ਲਓ, ਬਟ ਫੀਡਬੈਕ ਜੇ ਤੁਸੀਂ ਦਓਗੇ ਅਸੀਂ ਸ਼ਾਇਦ ਉਹਨੂੰ ਇੰਪਲੀਮੈਂਟ ਕਰਨ ਜੋਗੇ ਬਣ ਜਾਈਏ। ਅਦਰਵਾਈਜ਼ ਪੜਾਸਾ ਸਾਡੇ ਸਾਰਿਆਂ ਵਿੱਚ ਹੀ ਬਹੁਤ ਜ਼ਿਆਦਾ ਨੇ। ਵੀ ਆਲਰੇਡੀ ਨੋ ਬੜੀਆਂ ਪ੍ਰੋਬਲਮਸ ਨੇ। ਸਵੇਰ ਦੀ ਉਹਦੀ ਡਿਸਕਸ਼ਨ ਹੋ ਰਹੀ ਆ। ਸੋਲੂਸ਼ਨ ਓਰੀਐਂਟਡ ਜੇ ਹੋਣਾ, ਸੋਲੂਸ਼ਨ ਓਰੀਐਂਟਡ ਕਿਵੇਂ ਹੋ ਸਕਦੇ ਆ, ਪ੍ਰੋਸੈਸ ਦੇ ਵਿੱਚ ਅਸੀਂ ਕੀ ਚੇਂਜ ਕਰ ਲਈਏ, ਇਹਦੇ ਵੱਲ ਵੀ ਆਰ ਵੈਲਕਮਿੰਗ। ਬਟ ਜੇ ਤੁਸੀਂ ਕੋਈ ਹੋਰ ਗੱਲ ਕਰਨੀ ਹੈ ਤਾਂ ਤੁਹਾਡੀ ਮਰਜ਼ੀ ਹੈ। ਅਗੇਨ ਅਪ ਟੂ 2 ਮਿੰਟਸ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਫਤਿਹ। ਰਿਕੁਐਸਟ ਹੈਗੀ ਆ, ਮੈਨੂੰ ਕਿਸੇ ਨੇ ਕਿਹਾ ਸੀ, ਮੈਂ ਕਹਿ ਦਵਾਂ ਨਾਲ ਹੀ, ਤੁਸੀਂ ਪਹਿਲਾਂ ਆਪਣਾ ਨਾਮ ਬੋਲ ਕੇ ਫਿਰ ਆਪਣਾ ਫੀਡਬੈਕ ਜਾਂ ਵਿਚਾਰ ਦੇ ਦਿਓ। ਮੇਰਾ ਨਾਮ ਸਤਜੀਤ ਸਿੰਘ ਹੈ ਜੀ, ਮੈਂ ਵੈਸਟ ਆਸਟ੍ਰੇਲੀਆ ਤੋਂ ਆਇਆ, ਭਾਰਤ ਤੋਂ। ਗੁਰੂ ਪਿਆਰ ਸਾਹਿਬ ਸੰਗਤ ਜੀ, ਆਪਾਂ ਸਾਰੇ ਪਿਆਰ ਨਾਲ ਸਵੇਰ ਦੇ ਸੁਣ ਰਹੇ ਹਾਂ, ਵੱਖ-ਵੱਖ ਵਿਚਾਰਾਂ ਸੁਣੀਆਂ, ਸਾਰੀਆਂ ਇਹ ਸਲਾਹਣਯੋਗ ਨੇ। ਮੈਂ ਤਕਰੀਬਨ 80 ਸਾਲ ਦਾ ਗੁਰਮਤਿ ਨਾਲ ਜੁੜਿਆ ਹੋਇਆ। ਦੁੱਖ ਦੀ ਗੱਲ ਇਹ ਹੈ ਕਿ ਜਿੰਨੇ ਸਾਡੇ ਯੰਗਸਟਰ ਨੇ ਇੱਥੇ ਸਾਰੇ ਗਰਮ ਨੇ, ਕਿਸੇ ਕੋਲ ਇੰਨੀ ਸ਼ਾਂਤੀ ਨਹੀਂ ਹੈ ਕਿ 2 ਮਿੰਟ ਬੈਠ ਕੇ ਆਪਣੇ ਵਿਚਾਰ ਸੁਣ ਸਕਣ। ਹਰ ਇੱਕ ਕੋਲ ਆਪਣਾ ਆਪਣਾ ਅਧਿਕਾਰ ਹੈ ਕਿ ਉਹ ਆਪਣੇ ਵਿਊਜ਼ ਦੇਵੇ। ਤੁਹਾਡੇ ਸਾਰਿਆਂ ਕੋਲ ਅਧਿਕਾਰ ਹੈ, ਪਿੱਛੋਂ ਬੈਠ ਕੇ ਫੈਸਲਾ ਕੀ ਕਰਨਾ ਤੁਹਾਡੇ ਆਪਣੇ ਹੱਥ 'ਚ ਹੈ। ਰੌਲਾ ਪਾ ਕੇ ਸਟੇਜ ਦੇ ਅਗੇਂਸਟ ਰਿਵੋਲਟ ਕਰਨਾ, ਇਹ ਇਨਸਾਨੀਅਤ ਔਰ ਗੁਰਮਤਿ ਦੇ ਖਿਲਾਫ ਹੈ। ਵਾਹਿਗੁਰੂ ਜੀ ਕਾ ਖਾਲਸਾ। ਥੈਂਕ ਯੂ ਜੀ, ਵੀ ਆਰ ਨੋਟਿੰਗ ਦੈਟ। ਇਸ ਕਰਕੇ ਜੇ ਕਿਤੇ ਸਾਨੂੰ ਐਜ਼ ਮੋਡਰੇਟਰਸ ਜਾਂ ਆਰਗੇਨਾਈਜ਼ਰਸ ਵੱਲੋਂ ਜੇ ਇੰਟਰਫੀਅਰ ਕਰਨਾ ਪੈਂਦਾ, ਉਹਦਾ ਪਰਪਸ ਇਹੀ ਆ ਤਾਂ ਕਿ ਇਸ ਤਰ੍ਹਾਂ ਦੀ ਪ੍ਰੋਬਲਮਸ ਨਾ ਆਉਣ। ਆਓ ਜੀ, ਯੋਰ ਨੇਮ ਐਂਡ 2 ਮਿੰਟਸ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸੁਖਦੇਵ ਸਿੰਘ ਗਿੱਲ, ਮੈਂ ਮੈਲਬਰਨ ਰਹਿਣ ਵਾਲਾ। ਸਾਨੂੰ ਝੂਠ ਮਾਰਨ ਦੀ ਕੋਈ ਲੋੜ ਨਹੀਂ, ਜਿੰਨਾ ਤੱਕ ਸਾਨੂੰ ਨਾ ਆਪਦੇ ਆਪ ਸਾਡੇ ਕੋਲੇ ਇੰਟਰਨੈਸ਼ਨਲ ਆਪ ਦਾ ਬਾਰਡਰ ਨਹੀਂ ਹੁੰਦਾ, ਖਤਰਾ ਹੈ। ਜੈਨੋਸਾਈਡ ਫੇਰ ਹੋ ਜਾਊਗਾ। ਇਸ ਓਨਲੀ ਥਿੰਗ ਕਿੰਨਾ ਵੱਡਾ ਕਿੰਨਾ ਛੋਟਾ ਜੈਨੋਸਾਈਡ। ਇਹ ਸਾਰੇ ਮਸਲੇ ਨਾ ਅੱਜ ਇੱਥੇ ਬੈਠੇ ਆ, ਜੇ ਖਾਲਿਸਤਾਨ ਹੁੰਦਾ ਨਾ ਇਹ ਮਸਲੇ ਇੰਨੇ ਵੱਡੇ ਨਹੀਂ ਹੁੰਦੇ। ਹੋਊਗੇ, ਹੁੰਦੇ ਆ, ਪਰ ਇੰਨੇ ਵੱਡੇ ਨਹੀਂ ਹੋਣੇ। ਸਾਨੂੰ ਅਸਲੀ ਬੋਲਣਾ ਸਿਰਫ ਇੱਕ ਚੀਜ਼ ਚਾਹੀਦੀ ਆ, ਅਸੀਂ ਆਪ ਦਾ ਮੁਲਕ ਲੈਣਾ, ਖਾਲਿਸਤਾਨ ਲੈਣਾ, ਇਹ ਗੱਜ ਕੇ ਬੋਲਣਾ ਸਾਨੂੰ ਚਾਹੀਦਾ ਹੈ। ਜਿਨ੍ਹਾਂ ਤੱਕ ਆਪਾਂ ਫਿਰ ਆਹ ਟਵੀਟ ਕਰਕੇ ਬੋਲਦੇ ਆ, ਇਨਡਾਇਰੈਕਟ ਬੋਲਦੇ ਆ, ਬੜਾ ਮੁਸ਼ਕਲ ਆ। ਸਾਨੂੰ ਚਾਹੀਦਾ ਜੇ ਸਾਰੇ ਮਸਲੇ ਦੂਰ ਕਰਨੇ ਆ, ਓਕੇ, ਨਹੀਂ ਤਾਂ ਮੰਗਦੇ ਰਹੋ, ਹੋਰ ਗੱਲਾਂ ਕਰਦੇ ਰਹੋ, ਬਹੁਤ ਹੋਣਗੀਆਂ, ਇਹ ਮਸਲਾ ਮੁੱਕਣਾ ਨਹੀਂ। ਜੇ ਇਜ਼ਰਾਈਲ ਨਾ ਹੁੰਦਾ ਨਾ, ਜਿੱਥੇ ਜੂਸ ਨਾ ਰਹਿੰਦੇ, ਜੂਡਿਜ਼ਮ ਖਤਮ ਹੋ ਜਾਂਦੀ, ਜੂਡਿਜ਼ਮ ਖਤਮ ਹੋ ਜਾਂਦੀ। ਚੰਗਾ, ਸਤਿ ਸ਼੍ਰੀ ਅਕਾਲ। ਸੋ ਆਮ ਜਸਟ ਕਮੈਂਟਿੰਗ ਬਿਕਾਜ਼ ਆਪਾਂ ਨਾ 2 ਸੈਸ਼ਨ ਇਸ ਇਸ਼ੂ ਤੇ ਲਾਏ ਨੇ। ਆਮ ਗੋਨਾ ਕੀਪ ਰਿਕੁਐਸਟਿੰਗ ਫੀਡਬੈਕ ਜੇ ਸਪੈਸੀਫਿਕ ਕੋਈ ਹੈਗਾ। ਓਬਵੀਅਸਲੀ ਕਈ ਰਾਵਾਂ ਨੇ, ਆਪਣਾ ਐਸਟੈਬਲਿਸ਼ ਕਰਤਾ ਹੈਗਾ। I mean, we had experts from India and outside, ਬੜੀਆਂ ਰਾਵਾਂ ਚੱਲ ਰਹੀਆਂ ਨੇ। ਸੋ ਉਹ ਰਾਵਾਂ ਤੇ ਆਪਾਂ ਨੂੰ ਕਾਮਨ ਮਿਨੀਮਮ ਪ੍ਰੋਗਰਾਮ ਕੱਲ ਕਿਵੇਂ ਬਣਾਉਣਾ, ਇਹਦੇ ਵੱਲ ਡਿਸਕਸ਼ਨ ਕਰਾਂਗੇ। ਥੈਂਕ ਯੂ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਗੁਰਮਿੰਦਰ ਸਿੰਘ ਹੈ। ਆਰਗੇਨਾਈਜ਼ਰਸ ਨੇ ਜਿਹੜਾ ਇਹ ਕਾਨਫਰੰਸ ਆਰਗੇਨਾਈਜ਼ ਕੀਤੀ ਹੈ, ਇਹਨਾਂ ਵਾਸਤੇ ਫੀਡਬੈਕ ਹੈ ਸਾਡੇ ਕੋਲ ਬਹੁਤ ਵੈਰੀ ਗੁੱਡ ਐਕਟਿਵਿਸਟ ਐਂਡ ਸਪੀਕਰਸ ਹੈਗੇ ਇੱਥੇ। ਪਰਸਨਲੀ ਸਪੀਕਿੰਗ, ਆਈ ਥਿੰਕ ਜਿੰਨਾ ਪਰਸਨਲ ਓਪੀਨੀਅਨ ਘੱਟ ਹੋਵੇ, ਇਹਨਾਂ ਦੀ ਰਾਏ ਲਈ ਜਾਵੇ, ਉਹ ਬੈਟਰ ਰਹੇਗਾ। ਅਤੇ ਮੋਡਰੇਟਰਸ ਨੂੰ ਪਲੀਜ਼ ਸਾਰਿਆਂ ਨੂੰ ਇਕੁਅਲ ਟਾਈਮ ਦੇਵੋ। ਮੈਂ ਨੋਟਿਸ ਕੀਤਾ ਕਿ ਥੋੜ੍ਹਿਆਂ ਨੂੰ ਜਾਸਤੀ ਮਿਲ ਰਿਹਾ। ਆਈ ਕੈਨ ਅੰਡਰਸਟੈਂਡ ਤੁਸੀਂ ਉਹ ਇਵੈਲੂਏਟ ਕਰਦੇ ਆ, ਪਰ ਪਲੀਜ਼ ਈਵਨ ਦੀ ਆਡੀਅੰਸ ਜਿੰਨਾ ਘੱਟ ਇੰਟਰਫੇਰੈਂਸ ਹੋਵੇ ਸੀਪ ਕਰੋ। ਦਿਸ ਇਜ਼ ਮਾਈ ਐਡਵਾਈਸ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਨੋਟਡ। ਇਸ ਕਰਕੇ ਜਿਹੜਾ ਪੁੱਛ ਰਿਹਾ ਤੇ ਜਿਹੜਾ ਜਵਾਬ ਦੇ ਰਿਹਾ, ਉਹ ਸਰੇਕ ਦੇ ਟਾਈਮ ਤਾਂ ਵੱਖਰੇ ਹੁੰਦੇ ਨੇ, ਤਾਂ ਹੀ ਅਸੀਂ ਅਨਫੋਰਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ 10 ਮਿੰਟ ਰੂਲ। ਵੀਲ ਡੂ ਅ ਬੈਟਰ ਜੌਬ ਟੁਮਾਰੋ, ਈਵਨ ਐਟ ਐਕਸਪੈਂਸ ਆਫ ਸਮਬਡੀ ਗੈਟਿੰਗ ਅਪਸੈਟ। ਥੈਂਕ ਯੂ। ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਾਰਿਆਂ ਤੇ ਬਹੁਤ ਮੈਨੂੰ ਮਾਣ ਹੋ ਰਿਹਾ ਕਿ ਆਪ ਸਾਰੇ ਬਹੁਤ ਵੱਡੀ ਮੁਹਿੰਮ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ। ਸਾਰੇ ਸਿੱਖ ਦੁਨੀਆ ਭਰ ਦੇ ਸਿੱਖਾਂ ਦੀ ਭਲਾਈ ਲਈ ਕੋਸ਼ਿਸ਼ ਕਰਨ ਲਈ ਤਿਆਰ ਹੋਏ ਹਨ। 84 ਤੋਂ ਬਾਅਦ ਅੱਜ ਉਪਰਾਲਾ ਹੋਇਆ, ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਇਸ ਚੀਜ਼ ਦੀ। ਪਰ ਇੱਕ ਚੀਜ਼ ਹੈ ਹੁਣ ਕਿ ਜੇ ਅਸੀਂ ਸਾਡੀ ਸਰਕਾਰ ਉੱਤੇ ਕਾਬੂ ਪਾਉਣਾ ਜਾਂ ਅਸੀਂ ਸਾਡੇ ਪੰਜਾਬ ਦੇ ਨਸ਼ੇ ਪੱਤਿਆਂ ਤੇ ਕਾਬੂ ਪਾਉਣਾ, ਤਾਂ ਪਹਿਲਾਂ ਅਸੀਂ ਆਪਣੇ ਆਪ ਤੇ ਕਾਬੂ ਪਾ ਕੇ ਚੱਲੀਏ, ਤਾਂ ਤੁਸੀਂ ਸਫਲਤਾ ਦੇ ਪੈਰ ਚੁੰਮ ਸਕਦੇ ਆ, ਨਹੀਂ ਤਾਂ ਨਹੀਂ। ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ ਜਾਂ ਜਿਨ੍ਹਾਂ ਨੇ ਹੋਰ ਕਿਸੇ ਨੇ ਵੀ ਪਹੁੰਚਣਾ, ਸਾਰੇ ਆਪਣੇ ਆਪ ਨਾਲ ਕੱਲ੍ਹ ਨੂੰ ਫੈਸਲਾ ਕਰਕੇ ਆਇਓ ਗੁਰੂ ਨਾਨਕ ਦੇ ਬਚਨ ਦਾ
ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕਾਬੂ ਅਸੀਂ ਪਹਿਲਾਂ ਪਾਣਾ। ਕੱਲ ਨੂੰ ਜਿੰਨਿਆਂ ਨੇ ਵੀ ਆਣਾ ਪਹਿਲਾਂ ਇਹਨਾਂ ਚੀਜ਼ਾਂ ਤੇ ਆਪਦੇ ਆਪ ਨਾਲ ਸਵੇਰੇ ਉੱਠ ਕੇ ਪ੍ਰੋਮਿਸ ਕਰਕੇ ਆਇਓ ਕਿ ਅਸੀਂ ਇਹਨਾਂ ਚੀਜ਼ਾਂ ਤੇ ਕਾਬੂ ਪਾਉਣਾ। ਜੇ ਸਾਡਾ ਹੀ ਸਾਡੇ ਕਾਮ ਕ੍ਰੋਧ ਤੇ ਕਾਬੂ ਨਹੀਂ ਹੈ ਤਾਂ ਅਸੀਂ ਹੋਰ ਕਿਸੇ ਸਰਕਾਰ ਦੇ ਉੱਤੇ ਕੋਈ ਕਾਬੂ ਨਹੀਂ ਪਾ ਕੇ ਚੱਲ ਸਕਦੇ। ਤੇ ਨਾ ਹੀ ਜਿੰਨੇ ਪੰਜਾਬ ਵਿੱਚ ਨਸ਼ੇ ਪੱਤੇ ਨੇ, ਜਿੰਨੀ ਦੇਰ ਤੱਕ ਉਹ ਨਸ਼ਿਆਂ ਨੂੰ ਅਸੀਂ ਕਾਬੂ ਨਹੀਂ ਕਰਦੇ ਓਨੀ ਦੇਰ ਤੁਹਾਡਾ ਪੰਜਾਬ ਸਵਰਗ ਨਹੀਂ ਬਣ ਸਕਦਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਿਓ। ਜ਼ੀਰੋ ਤੋਂ ਸਟਾਰਟ ਕਰਕੇ ਸ਼ੁਰੂ ਕਰੋਗੇ ਤਾਂ ਕੁਛ ਬਣੇਗਾ। ਸੋ ਮੈਂ ਇੰਨਾ ਕੁਛ ਕਹਿੰਦੀ ਹੋਈ ਮਾਫੀ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਐਜ਼ ਅ ਰਿਮਾਈਂਡਰ ਦਿਸ ਇਜ਼ ਐਕਸਲੈਂਟ ਕਿ ਅਸੀਂ ਸਵੇਰੇ ਸ਼ਬਦ 2 ਯੂਜ਼ ਕੀਤੇ ਸੀ ਪਰੰਪਰਾਵਿਕ ਰੂਪ ਵਿੱਚ, ਟ੍ਰੈਡੀਸ਼ਨ ਦੇ ਰੂਪ ਵਿੱਚ, ਕਿ ਸ਼ਬਦ ਤੇ ਸੰਗਤ ਦਾ। ਉੱਥੇ ਆਈਡੀਆ ਇਹੀ ਸੀਗਾ ਕਿ ਇਹ ਚਿਜ਼ਲਿੰਗ ਸਾਡੀ ਬੰਦ ਹੋਈ ਹੈ। ਆਪਾਂ ਸਾਰਿਆਂ ਦੀ ਇਹ ਪ੍ਰੋਬਲਮ ਬਣੀ ਹੋਈ ਆ, ਇੱਕ ਦੂਜੇ ਨੂੰ ਜੈਂਟਲ ਰਿਮਾਈਂਡਰਸ ਦਈਏ ਕਿ ਐਟਲੀਸਟ ਸਾਡੀ ਐਬਿਲਿਟੀਜ਼ ਲਿਟਲ ਬਿਟ ਬੈਟਰ ਹੋਣ, ਕਿ ਸਿਵਲ ਤਰੀਕੇ ਨਾਲ ਬਹਿ ਕੇ ਅਟਰ ਡਿਸਐਗਰੀਮੈਂਟ ਵਿੱਚ ਵੀ ਅਸੀਂ ਕਿਸ ਤਰ੍ਹਾਂ ਇੱਕ ਮਿਨੀਮਮ ਪ੍ਰੋਗਰਾਮ ਵੱਲ ਤੁਰ ਸਕੀਏ। ਸੋ ਸ਼ਬਦ ਤੇ ਸੰਗਤ ਨੂੰ ਆਪਾਂ ਗਾਹਾਂ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪ੍ਰਭਜੋਤ ਸਿੰਘ ਪੌਰ ਹੈ ਜੀ। ਮੈਂ ਸਿੱਖ ਗੁਰਦੁਆਰਾ ਪਰਥ ਬੈਨਟ ਸਪਰਿੰਗ ਦਾ ਰਿਪਰੈਜ਼ੈਂਟੇਟਿਵ ਹੈਗਾ ਜੀ, ਅਤੇ ਅਸੀਂ ਇਸ ਪ੍ਰੋਗਰਾਮ ਨੂੰ ਬਹੁਤ ਚੰਗੀ ਤਰ੍ਹਾਂ ਸਪੋਰਟ ਕਰ ਰਹੇ ਹਾਂ। ਅਤੇ ਮੇਰੀ ਆਰਗੇਨਾਈਜ਼ਰਸ ਨੂੰ ਪਹਿਲਾਂ ਤਾਂ ਵਧਾਈ ਹੈ, ਅਤੇ ਮੇਰੀ ਜਿਹੜੀ ਬੇਨਤੀ ਹੈ ਜੀ, ਜੋ ਮੈਂ ਪਲੀਜ਼ ਕਾਈਂਡਲੀ ਇਹਨੂੰ ਕ੍ਰਿਟਿਸਿਜ਼ਮ ਨਾਲ ਲੈਣਾ ਅਤੇ ਨਾ ਹੀ ਹਾਰਡ ਹਾਰਟੇਡਲੀ ਲੈਣਾ। ਜੇ ਕੋਸ਼ਿਸ਼ ਕਰਨਾ ਜੇ ਤੇ ਇੰਪਰੂਵਮੈਂਟ ਹੋ ਸਕੇ। ਜਿਵੇਂ ਕਿ ਅੱਜ ਪੈਨਲ ਬਣਾਏ ਗਏ, ਟੌਪਿਕ ਡਿਸਕਸ਼ਨਸ ਦਿੱਤੀਆਂ ਗਈਆਂ, ਜੇ ਉਹ ਜਿਹੜੇ ਪੈਨਲਿਸਟ ਸੀਗੇ ਜੇ ਉਹਨਾਂ ਨੂੰ ਪਹਿਲਾਂ ਇਨਫੋਰਮ ਕੀਤਾ ਜਾਵੇ ਟਾਈਮਲੀ ਕਿ ਹਾਂਜੀ ਇਹ ਤੁਹਾਡਾ ਪੈਨਲ ਹੈ, ਇਹ ਤੁਹਾਡਾ ਟੌਪਿਕ ਹੈ, ਇੰਨਾ ਤੁਹਾਨੂੰ ਟਾਈਮ ਫਰੇਮ ਦਿੱਤਾ ਜਾਏਗਾ ਅਤੇ ਉਹਦੇ 'ਤੇ ਤੁਸੀਂ ਆਪ ਪ੍ਰੀਪੇਅਰ ਕਰਕੇ ਆਓ। ਉਹਦੇ ਨਾਲ ਮੈਨੂੰ ਲੱਗਦਾ ਕਿ ਟਾਈਮ ਦੀ ਬੱਚਤ ਹੋ ਸਕਦੀ ਸੀਗੀ, ਅਤੇ ਜਿਹੜਾ ਕਈਆਂ ਨੂੰ ਜ਼ਿਆਦਾ ਟਾਈਮ ਮਿਲਿਆ ਜਾਂ ਕਈਆਂ ਨੂੰ ਘੱਟ ਟਾਈਮ ਮਿਲਿਆ, ਆਪਾਂ ਉਹਦੇ 'ਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਮੋਨੀਟਰ ਕਰ ਸਕਦੇ ਸੀਗੇ। ਅਤੇ ਦੂਜੀ ਗੱਲ ਜਿਹੜੀ ਹੈ, ਜਿਹੜੇ ਜਦੋਂ ਸਪੌਂਟੇਨੀਅਸ ਟੌਪਿਕਸ ਦੇ ਦਿੱਤੇ ਜਾਂਦੇ ਨਾ ਵੀ ਹਾਂਜੀ ਤੁਸੀਂ ਆ ਜਾਓ, ਆ ਕੇ ਤੁਸੀਂ ਆਹ ਗੱਲ ਕਰ ਲਓ, ਕੱਲ ਦੇ ਟਰਨ ਇਨਟੂ ਡਿਸਕਸ਼ਨਸ ਐਂਡ ਡਿਬੇਟਸ। ਉਹਦੇ ਨਾਲ ਟਾਈਮ ਵੇਸਟ ਹੁੰਦਾ, ਉਹ ਕੋਈ ਉਹਦਾ ਹੱਲ ਨਹੀਂ ਨਿਕਲਦਾ ਗੱਲ ਦਾ, ਉਹਦੇ ਨਾਲ ਟਾਈਮ ਜ਼ਿਆਦਾ ਖਰਾਬ ਹੁੰਦਾ। ਅਤੇ ਮੇਰੀ ਇਹੀ ਬੇਨਤੀ ਹੈਗੀ ਕਿ ਥੋੜ੍ਹਾ ਜਿਹਾ ਜਿਹੜੇ ਆਰਗੇਨਾਈਜ਼ਰਸ ਨੇ ਉਹਨੂੰ ਦੇ ਆਰ ਵੈਲ ਅਵੇਅਰ ਕਿ ਜਿਹੜੇ ਸਪੀਕਰਸ ਹੈਗੇ ਨੇ ਇੱਥੇ, ਉਹਨਾਂ ਦੀ ਐਕਸਪਰਟੀਜ਼ ਕਿਹੜੀ ਏਰੀਆਜ਼ ਦੇ ਵਿੱਚ ਹੈਗੀ ਆ, ਤਾਂ ਉਹਨਾਂ ਨੂੰ ਪ੍ਰੋਪਰਲੀ ਚੈਨਲ ਕਰਕੇ ਉਸ ਜਿੱਥੇ ਉਹਨਾਂ ਦੀ ਐਕਸਪਰਟੀਜ਼ ਆ ਉਹਨਾਂ ਤੋਂ ਉਹ ਜਾਣਕਾਰੀ ਜਿਹੜੀ ਹਾਸਿਲ ਕੀਤੀ ਜਾਵੇ, ਤਾਂ ਕਿ ਅਸੀਂ ਇੱਕ ਚੇਂਜ ਵਧੀਆ ਤਰੀਕੇ ਨਾਲ ਲਿਆ ਸਕੀਏ, ਉਹਨੂੰ ਚੰਗੀ ਤਰ੍ਹਾਂ ਤਬਦੀਲੀ ਨੂੰ ਅਸੀਂ ਮੋਨੀਟਰ ਕਰ ਸਕੀਏ, ਅਤੇ ਨਾ ਕਿ ਆਪਾਂ ਇੱਕ ਵੇਗ ਸਟੇਟਮੈਂਟਸ ਦੇ ਨਾਲ ਉਹਨੂੰ ਮਿਸਲੀਡ ਕਰ ਸਕੀਏ। ਇੰਨੀ ਬੇਨਤੀ ਕਰਦਾ ਹੋਇਆ ਜੀ ਖਿਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਟਸ ਡਿਊਲੀ ਨੋਟਡ। ਲਾਸਟ ਨਾਈਟ ਆਰਗੇਨਾਈਜ਼ਰਸ ਨੇ ਮੈਨੂੰ ਜਿਹੜੀ ਲਿਸਟ ਦਿੱਤੀ ਸੀ, ਉਹਦੇ ਬਾਵਜੂਦ ਵੀ ਅੱਜ ਕਈ ਫੈਸਿਲੀਟੇਟਰਸ ਨਹੀਂ ਆਏ ਹੋਏ ਪੈਨਲਿਸਟ। ਸੋ ਮਤਲਬ ਇਹ ਨਾ ਸਿੱਖਾਂ ਦੀ ਇਹ ਜਨਰਲ ਸਟੇਟਮੈਂਟ ਹੈਗਾ, ਮਤਲਬ ਜਨਰਲੀ ਸਪੀਕਿੰਗ ਇਹ ਟਰੂ ਗੱਲ ਹੈਗੀ। ਅਜੇ ਨਾ ਸਾਡੇ ਨਿਯਮ ਬਣਿਆ ਨਹੀਂ ਆ ਈਵਨ ਕਾਨਫਰੰਸਿਸ ਵਿੱਚ ਕੰਮ ਕਿਵੇਂ ਕਰੀਦਾ, ਅਜੇ ਹੌਲੀ ਹੌਲੀ ਉੱਧਰ ਵੱਲ ਜਾ ਰਹੇ ਆ। ਆਲ ਆਈ ਐਮ ਸੇਇੰਗ ਇਜ਼ ਕਿ ਕਨਫਰਮੇਸ਼ਨ ਹੀ ਨਾਵਾਂ ਦੀ ਨਹੀਂ ਮਿਲਦੀ, ਅਤੇ ਥੋੜ੍ਹੇ ਸਪੀਕਰਾਂ ਨੂੰ ਐਲਾਨ ਕਰਨਾ, ਉਹਨਾਂ ਦੇ ਪੈਨਲ ਬਣਾਉਣੇ, ਆਪਣੇ ਆਪ 'ਚ ਹੀ ਇੱਕ ਭੰਬਲ ਪੂਸਾ ਜਿਹਾ ਬਣ ਜਾਂਦਾ। ਸੋ ਬੇਅਰ ਵਿਦ ਅਸ, ਬਟ ਦਿਸ ਇਜ਼ ਅ ਲਰਨਿੰਗ ਪ੍ਰੋਸੈਸ। ਯੂ ਆਰ ਐਬਸੋਲੂਟਲੀ ਰਾਈਟ। ਤਰੀਕਾ ਤਾਂ ਉਹੀ ਆ ਕਿ ਪਹਿਲਾਂ ਹੀ ਅਸਾਈਨ ਕੀਤਾ ਹੋਵੇ ਸਾਰਾ ਕੁਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਰਨਜੀਤ ਸਿੰਘ ਮੈਲਬਨ ਤੋਂ। ਮੈਂ ਥੋੜ੍ਹਾ ਜਿਹਾ ਲੇਟ ਆਇਆ ਸੀ ਜੀ, ਆਫਟਰਨੂਨ ਸੈਸ਼ਨ ਤੋਂ ਬਾਅਦ ਆਇਆ ਸੀ, ਪਰ ਉਹ ਜਿੰਨੇ ਕੁ ਸੈਸ਼ਨ 'ਚ ਮੈਂ ਜਿਹੜੀ ਗੱਲ ਦੇਖੀ ਮੈਂ ਉਹ ਸੁਝਾਅ ਦੇਣਾ ਚਾਹੁੰਦਾ। ਕਰਕੇ ਜ਼ਿਆਦਾਤਰ ਜਿੰਨੇ ਵੀ ਬੁਲਾਰੇ ਸਟੇਜ 'ਤੇ ਆਏ ਸੀ, ਕਈ ਉਹਨਾਂ ਨੂੰ ਪਹਿਲੋਂ ਸਵਾਲ ਦੀ ਤੌਰ 'ਤੇ ਉਹਨਾਂ ਦੇ ਮੂਹਰੇ ਰੱਖੇ ਗਏ ਸੀ ਵੀ ਇਸ 'ਤੇ ਡਿਸਕਸ਼ਨ, ਤੁਸੀਂ ਇਸ 'ਤੇ ਆਪਣਾ ਵਿਊ ਪੁਆਇੰਟ ਦੇਣਾ, ਤੁਹਾਡੀ ਐਕਸਪਰਟੀਜ਼ ਹੈ ਇਹਦੇ 'ਤੇ। ਤਾਂ ਮੈਂ ਥੋੜ੍ਹਾ ਜਿਹਾ ਇਹ ਮਾਫੀ ਵੀ ਚਾਹੁੰਦਾ, ਕਰਕੇ ਤੁਸੀਂ ਬਹੁਤ ਸਾਰੇ ਸੀਨੀਅਰ ਆ, ਪਰ ਮੈਜੋਰਟੀ ਸਾਰੇ ਕਾਫੀ ਬੰਦੇ ਆਪਣੇ ਪੁਆਇੰਟ ਤੋਂ ਥਿੜਕੇ ਹੀ ਰਹੇ ਸੀਗੇ। ਵੀ ਮੇਰੀ ਇੱਕ ਗੁਜ਼ਾਰਿਸ਼ ਹੀ ਆ ਵੀ ਜਿਹੜੀ ਟੂ ਦੀ ਪੁਆਇੰਟ ਉਹ ਗੱਲ ਭਾਵੇਂ 1 ਮਿੰਟ 'ਚ ਨਿਬੜਦੀ ਹੋਵੇ, 1 ਮਿੰਟ 'ਚ ਨਿਬੇੜ ਕੇ ਫਤਿਹ ਗਜਾ ਦਿਓ, ਉਹਦੇ ਲਈ 20 ਮਿੰਟ ਲਾਉਣ ਦੀ ਗੱਲ ਨਹੀਂ ਗੀ। ਉਹਨੂੰ ਰਾਊਂਡ ਐਂਡ ਰਾਊਂਡ ਥੋੜ੍ਹਾ ਜਿਹਾ ਅਗਲੇ ਜਿਹੜੇ ਆਪਣੇ ਸੈਸ਼ਨਸ ਆ ਉਹ 'ਚ ਘੱਟ ਕੀਤਾ ਜਾਵੇ। ਟੂ ਦੀ ਪੁਆਇੰਟ ਗੱਲ ਜਿਹੜੀ ਗੱਲ ਹੈਗੀ ਉੱਥੇ ਡਾਟ ਔਨ ਟਾਰਗੇਟ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੋਚਦੀ ਸੀ ਵੀ ਮੈਂ ਕੰਪਲੇਨ ਨਾ ਕਰਾਂ ਕਿ ਵੂਮਨਸ ਦੀ ਰੈਪਰੈਜ਼ੈਂਟੇਸ਼ਨ ਨਹੀਂ ਹੁੰਦੀ ਹੈ, ਤਾਂ ਫਿਰ ਚਾਂਸ ਮਿਲਿਆ ਮੈਂ ਬੋਲੂੰਗੀ। ਮੇਰੇ ਤੋਂ ਪਹਿਲਾਂ 2 ਵੀਰਾਂ ਨੇ ਆਖਿਆ ਵੀ ਟੂ ਦ ਪੁਆਇੰਟ, ਟਾਈਮ ਵੇਸਟ ਨਾ ਕਰੋ। ਦੈਟ ਇਜ਼ ਅ ਮੈਸਕੂਲਿਨ ਵੇ, ਚੌਪ ਚੌਪ।
but there is another way of doing things ਜਿਹਦੇ ਵਿੱਚ ਦਿਲ ਦੀ ਵੀ ਰੋਲ ਹੈ, ਦਿਲ ਦਾ ਵੀ ਐਂਡ ਡਿਸਕਸ਼ਨ ਹੈ, ਕਨੈਕਸ਼ਨ ਹੈ, ਇੰਗੇਜਮੈਂਟ ਹੈ, ਇਮੋਸ਼ਨ ਹੈ, ਤੇ ਫਿਰ ਉਹ ਗੱਲ ਚੰਗੀ ਤਰ੍ਹਾਂ ਕੱਢ ਰਹੀ ਹੁੰਦੀ ਹੈ, ਟਫ ਬਣਦੀ ਹੈ। ਜੇ ਤੁਸੀਂ ਕਰੋ ਮੈਂ ਇੱਕ ਚੌਪ ਕਰਨਾ, ਉਹ ਕੰਮ ਨਹੀਂ ਬਣਨਾ। ਓਕੇ, ਦੈਟਸ ਵਨ ਥਿੰਗ। Secondly, I'm very happy, very proud. I live here in Melbourne and I work in art therapy to empower people individually. एक जाने नू अपनी अंदरली empowerment करना। तो फिर मैं सोचती हाँ किन्नियां कुर्सियां खाली पईयां, I wish होर भी आ सकते सी। and इतना लगा कि एक क्लोज्ड कॉन्फ्रेंस ਸੀ, ਕੋਈ ਪੋਸਟਰ ਵੀ ਕੱਲ ਵੇਖਿਆ ਤੇ ਛੇਤੀ ਮੈਂ ਦੂਸਰਿਆਂ ਨੂੰ ਵੀ ਦੱਸ ਦਿੱਤਾ ਸੀ, ਪਰ we weren't sure the structure, the approach for this conference. I know there will be dialogue sessions, so that will be great, but kursiyan khali feels a bit wasted. Thirdly, women's representation. I think कोई सरबत खालसा नहीं हो सकता जिथे women representation नहीं होगा, वो कामयाब नहीं हो सकता, because जिथे मैस्कुलिन प्रिंसिपल है उथे फेमिनिन प्रिंसिपल है, जिथे दिमाग है उथे दिल भी चाहिए है। वाहिगुरु जी का खालसा, वाहिगुरु जी की फतेह। I must respond to this. So this feminine principle ਦੀ ਗੱਲ ਆ ਗਈ ਹੈ, ਸੋ ਇਹਦੇ ਤੇ ਰਿਸਪੌਂਸ ਕਰਨਾ ਬਣਦਾ। ਪਿਛਲੇ 3-4 ਮਹੀਨਿਆਂ ਦੇ ਵਿੱਚ ਆਫਲਾਈਨ ਜਨਰੇਸ਼ਨ, ਆਨਲਾਈਨ ਜਨਰੇਸ਼ਨ, ਸੈਕੰਡ ਥਰਡ ਜਨਰੇਸ਼ਨ ਵਰਸਸ ਪੰਜਾਬੀ ਫਰਸਟ ਜਨਰੇਸ਼ਨ, ਇਹ ਬਹੁਤ ਡਾਇਲੌਗ ਚੱਲ ਰਿਹਾ ਰੈਪਰੈਜ਼ੈਂਟੇਸ਼ਨ ਤੇ, ਐਂਡ ਆਈ ਪਰਸਨਲੀ ਵੈਲਕਮ ਇਟ, ਕਿਉਂਕਿ ਟਾਈਮ ਆ ਗਿਆ ਡਿਸਰਪਟ ਕਰਨ ਨੂੰ ਇਸ ਸਪੇਸ ਦਾ। ਬਟ ਇਹਦੇ 'ਚ ਮੈਂ ਤੁਹਾਨੂੰ ਪ੍ਰੈਕਟੀਕਲ 2-3 ਗੱਲਾਂ ਕਹਾਂਗਾ ਕਿ ਮੈਂ ਵੀ ਨਾ ਜਦ ਇਹ ਕਿਹਾ ਜਾਂਦਾ ਰੈਪਰੈਜ਼ੈਂਟੇਸ਼ਨ ਕਿਤੇ ਵੀ ਨਹੀਂ ਹੁੰਦੀ। ਸਰਬੱਤ ਖਾਲਸੇ ਵਿੱਚ ਵੀ ਇੱਕ ਬੀਬੀ ਬੋਲੀ ਸੀ, ਚੱਜ ਦੀ ਸਪੀਚ ਸਿਰਫ ਉਹਦੀ ਸੀ, ਬਾਕੀ ਐਵੇਂ ਮਣਕਾ ਮਾਰਦੇ ਰਹੇ, ਠੀਕ ਹੈ ਨਾ। ਉਹਨੇ 5 ਮਿੰਟ ਦੇ ਵਿੱਚ ਸਾਰਾ ਮੈਸੇਜ ਦੇਤਾ ਸੀਗਾ, ਬਿਕੋਜ਼ ਸ਼ੀ ਲਿਵਡ ਇਟ। ਰੈਸਟ ਆਫ ਦੈਮ ਵਰ ਕੰਸਟਰਕਟਿੰਗ ਇਟ, ਦੈਟਸ ਅਨਦਰ ਵੇ ਟੂ ਲੁੱਕ ਐਟ ਇਟ। ਐਨੀਵੇ, ਰੈਪਰੈਜ਼ੈਂਟੇਸ਼ਨ ਦੀ ਸੀਰੀਅਸ ਪ੍ਰੋਬਲਮ ਹੈਗੀ ਆ। ਜਦ ਆਈ ਐਮ ਪਰਸਨਲੀ ਰਿਕਰੂਟਿੰਗ, ਮੈਨੂੰ ਇੱਥੇ ਇੰਨੇ ਆਉਂਦੇ ਨੇ ਰਿਕਰੂਟਮੈਂਟ, ਇਨਵੀਟੇਸ਼ਨ, ਸਾਰਾ ਕੁਝ ਜਾ ਰਿਹਾ, ਤੇ ਇਹ ਜਿਹੜਾ ਐਕਸਕਿਊਜ਼ ਮੈਨੇ ਬਣਾਇਆ ਹੋਇਆ ਨਾ ਕਿ ਵਿਮਨ ਆਉਂਦੀਆਂ ਨਹੀਂ, ਵੀ ਹੈਵ ਟੂ ਸਟਾਪ ਮੇਕਿੰਗ ਦੈਟ ਐਕਸਕਿਊਜ਼। ਦੇਖੋ ਦੁਨੀਆ ਵਿੱਚ ਸਿਸਟਮ ਇਹ ਚੱਲਦਾ ਹੈਗਾ, ਅਸੀਂ ਇਹ ਸਪੇਸ ਹੀ ਨਹੀਂ ਕ੍ਰੀਏਟ ਕੀਤੀ ਜਿੱਥੇ ਉਹ ਕੰਫਰਟੇਬਲ ਅਤੇ ਸੇਫ ਫੀਲ ਕਰਨ, ਕਿਉਂਕਿ ਅਸੀਂ ਉਹ ਸਪੇਸ ਨਹੀਂ ਬਣਾਈ। ਸਾਨੂੰ ਇਹ ਬਣਾਉਣੀ ਪੈਣੀ ਆ। 53% ਪਾਪੂਲੇਸ਼ਨ ਵਿਮਨ ਹੈਗੀ ਸਿੱਖਾਂ ਦੀ, ਅਸੀਂ ਉਹਨਾਂ ਨੂੰ ਇਨਕਲੂਡ ਹੀ ਨਹੀਂ ਕਰਦੇ। ਭਾਵੇਂ ਜੱਜੀ ਕਰਦਾ ਉਸੇ ਸਰਕਾਰ ਦੇ ਲਾਜ਼ ਦੀ ਡੈਫੀਨੇਸ਼ਨਾਂ ਲਿਆ ਕੇ ਕਹਿੰਦੇ ਆ ਇਹ ਤਾਂ ਹਰ ਚੀਜ਼ ਵਾਇਲੇਟ ਕਰ ਰਹੀ ਹੈ। ਸੋ ਸਾਡਾ ਦੋਗਲਾਪਣ ਚੱਲ ਰਿਹਾ ਬੜਾ ਜ਼ਬਰਦਸਤ। ਲੈਟਸ ਕਨਫਰੰਟ ਇਟ। ਐਬਸੋਲੂਟਲੀ ਐਵਰੀਵਨ ਇਜ਼ ਵੈਲਕਮ। ਆਰਗੇਨਾਈਜ਼ਰਸ ਵੱਲੋਂ ਆਈ ਨੋ ਇਹਨਾਂ ਨੇ ਓਪਨ ਕੀਤੀ ਸੀ ਰਜਿਸਟ੍ਰੇਸ਼ਨਸ 2 ਮਹੀਨੇ ਪਹਿਲਾਂ। ਆਈ ਆਲਸੋ ਨੋ ਕਿ ਮੈਂ ਇਹਨਾਂ ਨੂੰ ਲਿਸਟ ਵੀ ਭੇਜੀ ਸੀ, ਹੇਅਰ ਆਰ ਦਾ ਵਿਮਨ ਸਪੀਕਰ। ਇਹਨਾਂ ਨੇ 50 ਆਪਣੇ ਆਪ ਬੁਲਾਏ ਸੀ, ਅਸੀਂ 50 ਦੀ ਲਿਸਟ ਇਹਨਾਂ ਨੂੰ ਹੋਰ ਬਣਾ ਕੇ ਭੇਜੀ, ਜਿਹਦੇ ਵਿੱਚ 15 ਵਿਮਨ ਸਪੀਕਰ ਸੀਗੇ। ਬਟ ਇਹ ਇੱਕ ਗਰੋਇੰਗ ਪ੍ਰੋਬਲਮ, ਚੈਲੰਜ ਹੈਗਾ ਜਿਹਨੂੰ ਅਸੀਂ ਕਨਫਰੰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਵੇਂ ਉਹ ਗੁਰਦੁਆਰਾ ਸਪੇਸਿਸ ਨੇ, ਉੱਥੇ ਵਿੱਚ ਵੀ ਇਹੀ ਪ੍ਰੋਬਲਮ ਆ। ਸਾਰੇ ਗੁਰਦੁਆਰੇ ਵਿੱਚ ਇਹੀ ਇਕੱਠੇ ਹੁੰਦੇ ਨੇ, ਉਹਨਾਂ ਦੇ ਜਥੇਬੰਦੀਆਂ ਵਿੱਚ ਵੀ। ਸੋ ਆਈ ਵਿਲ ਸੇ ਥੈਂਕ ਯੂ ਫॉर ਮੈਂਸ਼ਨਿੰਗ देयर आर सर्टेन feminine principles we have to bring in, but more importantly you have to fight for this space, and I'm glad you are here. Bring more of your people. We need contemporary Mai Pagos na, where 40 men thought they had all the answers. You have to show them they don't. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਵੀਰ ਸਿੰਘ, ਰੇਡੀਓ ਵਾਇਸ ਆਫ ਖਾਲਸਾ ਤੋਂ US 'ਚ ਅਸੀਂ ਰਹਿੰਦੇ ਹਾਂ। ਮੇਰੀਆਂ 2 ਛੋਟੀਆਂ ਬੇਨਤੀਆਂ ਕਿ ਜਿਹੜੇ ਸੱਜਣ ਨਹੀਂ ਆ ਸਕੇ ਕਿ ਉਹਨਾਂ ਨੂੰ ਜੇ ਪ੍ਰਬੰਧਕ ਉਹਨਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਐਡ ਕਰ ਸਕਦੇ ਹੋਣ ਤਾਂ ਜ਼ਰੂਰ ਕਰਨ। ਜਾਂ ਜਿਹੜਾ ਵੀ ਬੰਦਾ ਜਿਹੜੇ ਅਸਾਈਨਡ ਸੀਗੇ ਜਾਂ ਨਹੀਂ ਵੀ ਤੁਹਾਡੇ ਦਿਮਾਗ 'ਚ ਹੋਣਾ ਆਉਂਦਾ ਹਜੇ ਆਪਣੇ ਕੋਲ ਸਮਾਂ ਹੈਗਾ 2 ਦਿਨ ਦਾ, ਅਤੇ ਜੇ ਉਹਨਾਂ ਨੂੰ ਐਡ ਕੀਤਾ ਜਾਵੇ ਕੋਈ ਵੈਲਿਊਏਬਲ ਗੱਲ ਜਿਹੜੀ ਹੈ ਤਾਂ ਬਹੁਤ ਚੰਗੀ ਗੱਲ ਹੋਊਗੀ। ਦੂਸਰੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਜਿੰਨੇ ਵੀ ਇੱਥੇ ਆਏ ਹੈਗੇ ਆ, ਜੋ ਮੈਂ ਫੀਲ ਕਰਦਾ, ਮੇ ਵੀ ਮੈਂ ਰੌਂਗ ਵੀ ਹੋਵਾਂ, ਕਿ ਕੱਲ੍ਹ ਨੂੰ ਇਹ ਨਾ ਹੋਵੇ ਕਿ ਇਦੋਂ ਘੱਟ ਜਾਣ, ਖਾਸ ਕਰਕੇ ਜਿਹੜੇ ਇਹਨੂੰ ਜੁਆਇਨ ਕਰਨ ਆਏ ਆ। ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਐਡਜਸਟਮੈਂਟ ਕਰੋ, ਜਾਂ ਜੋ ਵੀ ਇੱਕ ਪਰਿਵਾਰ ਦੀ ਤਰ੍ਹਾਂ ਤੁਸੀਂ ਇਸ ਫੰਕਸ਼ਨ 'ਚ ਆਏ ਹੋ ਅਤੇ ਇਹਨੂੰ ਪਰਿਵਾਰ ਦੀ ਤਰ੍ਹਾਂ ਹੀ ਨਿਬੇੜੋ। ਜੇ ਤੁਹਾਡਾ ਕੋਈ ਇਸ਼ੂ ਹੈਗਾ ਜਸਟ ਐਡਜਸਟ ਇਟ, ਤਾਂ ਕਿ ਅਸੀਂ ਬੈਨੀਫਿਟ ਲੈ ਸਕੀਏ ਤੁਹਾਡੇ ਤੋਂ। ਸੋ ਇੰਨੀ ਮੇਰੀ ਬੇਨਤੀ ਹੈ। ਵਾਹ ਖਾਲਸਾ, ਵਾਹ ਫਤਿਹ।
ਆਰਗੇਨਾਈਜ਼ਰਸ ਨੇ ਮੈਨੂੰ ਇਹ ਜ਼ਰੂਰ ਦੱਸਿਆ ਹੈਗਾ ਕਿ ਥਰਸਡੇ ਦੇ ਉੱਦਾਂ ਹੀ ਰਜਿਸਟਰਡ ਘੱਟ ਬੰਦੇ ਸੀਗੇ, ਫਰਾਈਡੇ ਸੈਟਰਡੇ ਸੈਸ਼ਨ ਦੇ ਵਿੱਚ ਜ਼ਿਆਦਾ ਬੰਦੇ ਆਉਣਗੇ। ਸੈਕਿੰਡ ਗੱਲ ਇਹ ਹੈਗੀ ਕਿ ਪਹਿਲਾ ਦਿਨ ਖੁੱਲ੍ਹਾ ਸੀਗਾ ਜਿਵੇਂ ਹੈਗਾ, ਕੱਲ ਵਰਕਿੰਗ ਗਰੁੱਪਸ ਨੇ, ਸੋ ਜਿਹੜੇ ਵੀ ਆਉਣਗੇ, ਇੱਕ ਨਾ ਇਹ ਆਲਮੋਸਟ ਸਾਰੇ ਫੰਕਸ਼ਨ 'ਤੇ ਕਿਹਾ ਜਾਂਦਾ ਕਿ ਇੰਨੀਆਂ ਕੁਰਸੀਆਂ ਖਾਲੀ ਨੇ, ਆਈ ਅੰਡਰਸਟੈਂਡ ਦੈਟ, ਬਟ ਬਿਗਰ ਪਰਪਸ ਸ਼ੁੱਡ ਵੀ ਜਿਹੜੇ ਆਏ ਨੇ ਉਹਨਾਂ ਦਾ ਟਾਈਮ ਵਰਥਵਾਈਲ ਕਰੋ, ਐਂਡ ਵੀ ਡੋਂਟ ਫੋਕਸ ਔਨ ਦੈਟ। ਦੇਖੋ ਗੱਲ ਆਪਾਂ ਕਹਿੰਦੇ ਹਾਂ ਨੰਬਰਾਂ ਦੀ ਹੁੰਦੀ ਹੈ, ਬਟ ਦਿਸ ਇਜ਼ ਨਾਟ ਅ ਨੰਬਰਸ ਪੁਆਇੰਟ ਰਾਈਟ ਨਾਓ। ਉੱਥੇ ਹੁੰਦੀ ਜੇ ਤੁਸੀਂ ਪਬਲਿਕ ਓਪੀਨੀਅਨ ਵਿੱਚ ਫਾਈਟ ਕਰ ਰਹੇ ਹੁੰਦੇ ਹੋ, ਜੇ ਤੁਸੀਂ ਕੋਈ ਵੀ ਵਰਕ ਦਾ ਢਾਂਚਾ ਤਿਆਰ ਕਰਨਾ, ਜਿਹੜੇ ਆਏ ਹੁੰਦੇ ਨੇ ਉਹਨਾਂ ਨੂੰ ਬੈਸਟ ਯੂਸੇਜ, ਉਹਨਾਂ ਦੀ ਐਕਸਪਰਟੀਜ਼ ਕਿਵੇਂ ਲੈਣੀ ਆ, ਉਹਦੇ ਵੱਲ ਆਪਾਂ ਤਵੱਜੋ ਦੇਣ ਦੀ ਕੋਸ਼ਿਸ਼ ਕਰਾਂਗੇ। ਬਟ ਈਵਨ ਦੈਨ ਐਬਸੋਲੂਟਲੀ ਅਗਰੀ ਕਿ ਆਰਗੇਨਾਈਜ਼ਰਸ ਨੇ ਕਿਹਾ ਵੀ ਹੈਗਾ ਕਿ ਅਗਲੇ 2 ਦਿਨ ਦੇਰ ਵਰ ਮੋਰ ਰਜਿਸਟ੍ਰੇਸ਼ਨ ਐਂਡ ਮੋਰ ਪੀਪਲ ਵਿਲ ਸ਼ੋ ਅਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਿੰਦਰ ਕੌਰ ਜੀ ਮੈਲਬਨ ਤੋਂ। ਮੈਂ ਜਿਹੜੀ ਵੀ ਇੱਥੇ ਆਪਣੇ ਸੇ ਆਰਗੇਨਾਈਜ਼ਰ ਜਿੰਨੇ ਵੀ ਸਾਰੇ ਹੈਗੇ ਆ, ਸਾਰਿਆਂ ਦਾ ਪਹਿਲਾਂ ਬਹੁਤ ਬਹੁਤ ਉਹਨਾਂ ਨੂੰ ਵਧਾਈ ਦੇ ਪਾਤਰ ਨੇ। ਉਹਨਾਂ ਨੇ ਇੱਕ ਬਹੁਤ ਵੱਡਾ ਕੰਮ, ਭਾਵੇਂ ਤੁਸੀਂ ਕਹੀਂ ਸਾਨੂੰ ਲੱਗ ਰਿਹਾ ਕਿ ਕਾਫੀ ਕੁਰਸੀਆਂ ਖਾਲੀ ਨੇ, ਪਰ ਫਿਰ ਵੀ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਹੈ, ਮੈਂ ਕਹਾਂਗੀ ਵਾਕਈ ਹੀ ਉਹਨਾਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਵਧਾਈ ਹੈ। ਅਤੇ ਜਿਹੜੇ ਸਾਡੇ ਜਿੰਨੇ ਵੀ ਪਾਰਟਿਸਪੈਂਟ ਸਪੀਕਰ ਇੱਥੇ ਆਏ ਨੇ, ਇੰਨੀ ਦੂਰੋਂ ਟਰੈਵਲਿੰਗ ਕਰਕੇ ਆਏ ਜੇ, ਪਹਿਲਾਂ ਅ ਬਿਗ ਥੈਂਕਸ ਟੂ ਯੂ ਕਿ ਤੁਸੀਂ ਇੱਥੇ ਆ ਕੇ ਆਪਣੇ ਆਈਡੀਏ ਸਾਰੀ ਆਪਣੀ, ਤੁਸੀਂ ਜੋ ਵੀ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸਿਸ ਵੀ ਤੁਸੀਂ ਸ਼ੇਅਰ ਕੀਤੇ, ਜੋ ਤੁਸੀਂ ਫਾਈਟ ਕੀਤੀ ਹੈ। ਅਸੀਂ ਤਾਂ ਸਿਰਫ ਚਲੋ ਕਾਨਫਰੰਸਿਸ ਕਰਾ ਰਹੇ ਜਾਂ ਬੋਲ ਰਹੇ ਹਾਂ, ਅਸੀਂ ਰਿਐਲਿਟੀ ਗਰਾਊਂਡ 'ਤੇ, ਮਤਲਬ ਮੈਂ ਪਰਸਨਲੀ ਮੈਂ ਨਹੀਂ ਕਹਾਂਗੀ ਕਿ ਕੁਛ ਮੈਂ ਕੀਤਾ ਜਾਂ ਦੇਖਿਆ ਪਰਸਨਲੀ, ਬਟ ਤੁਸੀਂ ਦੇਖ ਕੇ ਉਹ ਜਿਹੜੇ ਐਕਸਪੀਰੀਅੰਸਿਸ ਸ਼ੇਅਰ ਕੀਤੇ ਆ, ਤਾਂ ਇਸ ਕਰਕੇ ਉਹਦਾ ਪਹਿਲਾਂ ਬਹੁਤ ਬਹੁਤ ਸਾਡੇ ਦਿਲੋਂ ਜਿਹੜਾ ਤੁਹਾਡਾ ਸਾਰਿਆਂ ਦਾ ਬਹੁਤ ਹੀ ਧੰਨਵਾਦ ਹੈ। ਦੂਸਰਾ, ਜਿਹੜੇ ਇੱਥੇ ਨਹੀਂ ਵੀ ਹੈਗੇ ਇਸ ਟਾਈਮ 'ਤੇ, ਜਿਹੜੇ ਲਾਈਵ ਸੁਣ ਰਹੇ ਆ ਜਾਂ ਜਿਨ੍ਹਾਂ ਤੱਕ ਇਹ ਮੈਸੇਜ ਪਹੁੰਚ ਸਕਦਾ ਹੈ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਸੋਸ਼ਲ ਮੀਡੀਆ 'ਤੇ ਜੋ ਅਸੀਂ ਸੋਚਦੇ ਹਾਂ ਜਾਂ ਸਾਡੇ ਦਿਮਾਗ 'ਚ ਇੱਕ ਕਾਲਪਨਿਕ ਬਣ ਜਾਂਦਾ ਹੈ ਕਿ ਇਹ ਸਪੀਕਰ ਆ ਰਿਹਾ, ਇਸ ਕਰਕੇ ਮੈਂ ਨਹੀਂ ਜਾਣਾ, ਉਹਨਾਂ ਨੂੰ ਲੱਗਦਾ ਹੈ ਮੇਬੀ ਉਹਨਾਂ ਦੇ ਵਿਊਜ਼ ਨਹੀਂ ਮਿਲਦੇ, ਤਾਂ ਇਸ ਕਰਕੇ ਉਹ ਨਹੀਂ ਆਉਂਦੇ। ਤੇ ਦੇਖੋ ਕਿ ਉਹਦਾ ਨੁਕਸਾਨ ਜਾਂ ਫਾਇਦਾ ਕਿਹਨੂੰ ਹੋ ਰਿਹਾ ਜਾਂ ਨਹੀਂ ਹੋ ਰਿਹਾ। ਮੈਂ ਖੁਦ ਪਰਸਨਲੀ ਹੋ ਸਕਦਾ ਹੈ, ਹੁਣ ਜਿੱਥੇ ਅੱਜ ਮੈਂ ਜਦੋਂ ਵਿਚਾਰ ਸੁਣੇ ਸਾਰੇ ਸਪੀਕਰਸ ਦੇ, ਮੈਨੂੰ ਕਈਆਂ ਦੇ ਵਿਚਾਰ ਬਹੁਤ ਵਧੀਆ ਲੱਗੇ, ਕਈਆਂ ਦੇ ਵਧੀਆ ਲੱਗੇ, ਕਈਆਂ ਨਾਲ ਮੈਂ ਸਹਿਮਤ ਨਹੀਂ ਸੀ, ਪਰ ਮੈਨੂੰ ਕਿਸੇ ਦੇ ਵਿਚਾਰ ਬੁਰੇ ਨਹੀਂ ਲੱਗੇ। ਤਾਂ ਆਈ ਥਿੰਕ ਦੇਅਰ ਆਰ ਆਲਵੇਜ਼ ਓਪਰਚੁਨਿਟੀਜ਼। ਇੱਕ ਦੂਸਰੀ ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਦੇ ਵਿੱਚ ਬੈਠ ਕੇ ਫੇਸ ਟੂ ਫੇਸ ਗੱਲ ਕਰਦੇ ਹਾਂ, ਉਦੋਂ ਸਾਡੇ ਓਪੀਨੀਅਨਸ ਜਿਹੜੇ ਆ ਬੜੇ ਚੇਂਜ ਹੁੰਦੇ ਆ, ਇੰਸਟੈਡ ਕਿ ਜੋ ਫੇਸਬੁੱਕ ਜਾਂ ਰਿਐਲਿਟੀ ਅਸੀਂ ਜਿਹੜੀ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕ੍ਰੀਏਟ ਕੀਤੀ ਹੈ। ਤਾਂ ਪਲੀਜ਼ ਮੈਂ ਕਹਾਂਗੀ ਕਿ ਜਿਹੜਾ ਇੱਕ ਸਿੱਖਾਂ ਦਾ ਭਾਈਚਾਰਾ, ਜਿਹੜਾ ਅਸੀਂ ਕਹਿੰਦੇ ਕਿ ਹੋਵੋ ਇਕੱਤਰ ਮਿਲੋ ਮੇਰੇ ਭਾਈ, ਉਹ ਜ਼ਰੂਰ ਅਸੀਂ ਇੱਥੇ ਆ ਕੇ ਜੇ ਸਾਡੇ ਮਨ 'ਚ ਕੋਈ ਵੀ ਵਲਵਲੇ ਹੈਗੇ ਆ, ਅਤੇ ਅਸੀਂ ਉਹ ਸਪੀਕਰਸ ਨਾਲ ਜਾ ਕੇ ਗੱਲ ਕਰ ਲਈਏ। ਜੇ ਤੁਹਾਨੂੰ ਨਹੀਂ ਲੱਗ ਰਿਹਾ ਕਿ ਉੱਥੇ ਓਪਰਚੁਨਿਟੀ ਜਿਹਦੇ ਨਾਲ ਤੁਹਾਡੀ ਗੱਲ ਮਿਲਦੀ ਆ, ਉਹਦੇ ਨਾਲ ਵਿਚਾਰ ਕਰਕੇ ਆਪਣਾ ਜ਼ਰੂਰ ਤੁਸੀਂ ਡਾਊਟਸ ਕਲੀਅਰ ਕਰੋ। ਅਤੇ ਲਾਸਟ ਗੱਲ ਕਿ ਜਿਹੜੀ ਕੁਰਸੀਆਂ ਦੀ ਆਰਗੇਨਾਈਜ਼ਰਸ ਵਾਸਤੇ, ਤੇ ਮੈਂ ਕਹਾਂਗੀ ਕਿ ਡੀਮੋਟੀਵੇਟ ਕਦੀ ਨਹੀਂ ਆਪਾਂ ਹੋਣਾ। ਭਗਤ ਪੂਰਨ ਸਿੰਘ ਜੀ ਦੀ ਗੱਲ ਪਿੱਛੇ ਜੇ ਕਿਸੇ ਨੇ ਸੁਣਾਈ ਸੀ, ਉਹ ਮੈਂ ਇੱਥੇ ਬੋਲਾਂਗੀ। ਕਹਿੰਦੇ ਨਾ ਥੱਕਣਾ ਤੇ ਨਾ ਅੱਕਣਾ, ਕੋਈ ਰਿਜ਼ਲਟ ਨਿਕਲੇ ਨਾ ਨਿਕਲੇ, ਅਸੀਂ ਥੱਕਣਾ ਵੀ ਨਹੀਂ ਹੈ ਅਤੇ ਅਸੀਂ ਅੱਕਣਾ ਵੀ ਨਹੀਂ ਹੈ। ਤਾਂ ਇਹਨੇ ਲਫ਼ਜ਼ਾਂ ਦੇ ਨਾਲ ਮੇਰੀ ਜੀ ਸਾਰਿਆਂ ਨੂੰ ਫਿਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਜਿਹੜੇ ਸਪੀਕਰਸ, ਜਿਹੜੀ ਸੰਗਤ ਜਿੰਨੀ ਵੀ ਇੱਥੇ ਆਈ ਹੈ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। Thank you, Benji. You have a question? You have to come here. Okay. All right. Well, thanks for all the suggestions and comments. ਅਸੀਂ ਨੋਟ ਕਰ ਲਏ ਨੇ। ਹੁਣ ਮੈਂ ਥੋੜ੍ਹੀ ਜਿਹੀ ਤੁਹਾਨੂੰ 5 ਮਿੰਟ ਵਿੱਚ ਹੀ ਦੱਸਾਂਗਾ ਕਿ ਕੱਲ੍ਹ ਦਾ ਕੀ ਪਲਾਨ ਆ, ਤਾਂ ਕਿ ਐਕਸਪੈਕਟੇਸ਼ਨਸ ਨੂੰ ਹੋਰ ਬੈਟਰ ਮੈਨੇਜ ਕਰ ਸਕੀਏ। ਅਤੇ ਤੁਸੀਂ ਵੀ ਸਾਰੇ ਇਹਦੇ ਬਾਰੇ ਵਿਚਾਰ ਲਿਓ, ਕਿਉਂਕਿ ਦਿਸ ਇਜ਼ ਹਾਊ ਦ ਡੇ ਇਜ਼ ਲੇਡ ਆਊਟ ਫॉर ਟੁਮਾਰੋ। ਪਹਿਲਾ ਕੰਮ ਹੈਗਾ I'll just wait until you are done. Thank you. So ਕੱਲ੍ਹ ਦੇ 4 ਸੈਸ਼ਨ ਇਸ ਤਰ੍ਹਾਂ ਡਿਜ਼ਾਈਨ ਕੀਤੇ ਨੇ ਕਿ ਪਹਿਲੇ ਸੈਸ਼ਨ ਦੇ ਵਿੱਚ ਇੱਕ ਜਨਰਲ ਨਹੀਂ ਪ੍ਰੈਜੈਂਟੇਸ਼ਨ ਹੋਊਗੀ ਸਪੈਸੀਫਿਕਲੀ ਕਿ ਅਸੀਂ ਕਿਹੜੀਆਂ ਚੀਜ਼ਾਂ ਡਿਸਕਸ ਕਰਨੀਆਂ ਨੇ ਸਮਾਲ ਗਰੁੱਪਸ ਵਿੱਚ, ਵਰਕਿੰਗ ਗਰੁੱਪਸ ਵਿੱਚ। ਕੱਲ੍ਹ ਹੈਗਾ ਵਰਕਿੰਗ ਡੇ, ਅੱਜ ਸੀਗਾ ਓਪਨ ਡਿਸਕਸ਼ਨ। ਉਹਦੇ ਵਿੱਚ ਜਿਹੜੇ ਇਸ਼ੂ ਸਾਡੇ ਸਾਹਮਣੇ ਕਾਮਨ ਮਿਨੀਮਮ ਪ੍ਰੋਗਰਾਮ ਬਣਾਉਣ ਦੇ ਲਈ, ਨੋਇੰਗ ਕਿ ਲੋਕਾਂ ਦਾ ਡਿਸਐਗਰੀਮੈਂਟਸ ਹੈਗਾ ਔਨ ਦ ਸਟਰਕਚਰਸ ਐਂਡ ਫਰੇਮਵਰਕਸ, ਉਹ ਡਿਸਕਸ ਕਰਨੇ ਨੇ। ਸੋ ਫਰਸਟ ਸੈਸ਼ਨ ਵਿਲ ਬੀ ਪ੍ਰੈਜੈਂਟੇਸ਼ਨ, ਜਿਹਦੇ ਵਿੱਚ ਗਰੁੱਪ ਬਣਾਏ ਜਾਣਗੇ ਅਲੱਗ-ਅਲੱਗ। ਫਿਰ ਸੈਕਿੰਡ ਐਂਡ ਥਰਡ ਗਰੁੱਪਸ ਵਿੱਚ ਤੁਸੀਂ ਇੱਕ ਸੈਸ਼ਨ ਲੰਚ ਤੋਂ ਪਹਿਲਾਂ, ਇੱਕ ਸੈਸ਼ਨ ਲੰਚ ਤੋਂ ਬਾਅਦ ਕੁਛ ਸੈਟ ਆਫ ਕੁਐਸਚਨਸ ਨੇ ਜਿਨ੍ਹਾਂ ਬਾਰੇ ਬੜੀਆਂ ਰਾਵਾਂ ਨੇ, ਉਹਦੇ ਉੱਤੇ ਫਿਰ ਤੁਸੀਂ ਆਪਣੇ ਸਮਾਲ ਗਰੁੱਪਸ ਵਿੱਚ ਡਿਸਕਸ ਕਰਕੇ ਲੈ ਕੇ ਆਉਣਾ ਕਿ ਪੰਥਕਲੀ ਕੀ ਕੀਤਾ ਜਾਵੇ, ਨੋਇੰਗ ਕਿ ਬੜੀਆਂ ਰਾਵਾਂ ਨੇ। ਸੋ ਉਹ ਦਿਸ ਇਜ਼ ਦ ਵਰਕਿੰਗ ਪਾਰਟ, ਰਾਈਟ। ਹੁਣ ਇੱਥੇ ਦਿਸ ਇਜ਼ ਵੇਅਰ ਇਨ ਅੰਗਰੇਜ਼ੀ 'ਚ ਕਹਿੰਦੇ ਰਬਰ, ਵੇਅਰ ਦ ਰਬਰ ਮੀਟਸ ਦ ਰੋਡ। ਸੋ ਵੀ ਹੈਵ ਟੂ ਲਰਨ ਟੂ ਡੂ ਇਟ, ਕਿਉਂਕਿ ਕੱਲ੍ਹ ਨੂੰ ਸਾਡੇ ਵਿੱਚ ਇਸ ਵੇਲੇ 20 ਦੇ ਕਰੀਬ ਕਹਿ ਲਓ, 30 ਦੇ ਕਰੀਬ ਸਬਜੈਕਟ ਮੈਟਰ ਐਕਸਪਰਟਸ ਨੇ, ਬਾਕੀ ਸੰਗਤ ਦੇ ਰੂਪ ਹੈ। ਸਾਨੂੰ ਸਾਰਿਆਂ ਨੂੰ
8 ਤੋਂ 10 ਦੇ ਗਰੁੱਪ ਦੇ ਵਿੱਚ ਬਹਿ ਕੇ ਡਿਸਕਸ਼ਨ ਕਰਨੀ ਆ, ਕਿਉਂਕਿ ਉੱਥੇ ਹੋਊਗੀ ਸਪੈਸੀਫਿਕ ਡਿਸਕਸ਼ਨ। 4th ਸੈਸ਼ਨ ਦੇ ਵਿੱਚ ਫਿਰ ਅਸੀਂ ਜਿਹੜੇ ਉਹ 5 ਜਾਂ 6 ਗਰੁੱਪਸ ਬਣਨਗੇ, ਉਹਨਾਂ ਦੇ ਕੁਐਸਚਨਸ ਦੇ ਕਿਹੜੀਆਂ ਰੇਂਜਸ ਆਫ ਆਨਸਰਸ ਆਏ ਨੇ ਇਹ ਸ਼ੇਅਰ ਕੀਤੇ ਜਾਣਗੇ। ਐਂਡ ਦੈਨ ਬੇਸਡ ਔਨ ਦੈਟ ਅਗਲਾ ਦਿਨ ਚੱਲੂਗਾ। ਉਹਦੇ 'ਚੋਂ ਫਿਰ ਅਸੀਂ 2 ਚੀਜ਼ਾਂ ਹੋਰ ਕੱਢਾਂਗੇ। ਜਿਵੇਂ ਅੱਜ ਬੜਾ ਜਨਰਲ ਸੀ, ਕੱਲ 6 ਉਹਦੇ ਸਬ ਟੌਪਿਕ ਬਣਨਗੇ, ਉਹ 6 ਵਿੱਚੋਂ ਫਿਰ 2 ਸਬ ਟੌਪਿਕ ਅਸੀਂ 3rd ਡੇ ਲੈ ਕੇ ਜਾਵਾਂਗੇ। ਸੋ ਟਮੋਰੋ ਇਜ਼ ਅ ਵਰਕਿੰਗ ਗਰੁੱਪ ਡੇ ਐਂਡ ਬੇਸਿਕਲੀ ਆਈ ਵਾਂਟ ਟੂ ਸਟ੍ਰੈਸ ਦੈਟ, ਕਿਉਂਕਿ ਵੀ ਆਰ ਨਾਟ ਯੂਜ਼ਡ ਟੂ ਇਟ। ਇਹਨੂੰ ਬਾਈ ਡਿਜ਼ਾਈਨ ਇੱਦਾਂ ਕੀਤਾ ਜਾ ਰਿਹਾ। ਵੀ ਨੋ ਕਿ ਜਿਹੜੇ ਇੱਥੋਂ ਕਈ ਪਤਵੰਤੇ ਸੱਜਣ ਜਾਂ ਐਕਸਪਰਟਸ ਆਏ ਨੇ, ਤੁਹਾਨੂੰ ਉਹਨਾਂ ਗਰੁੱਪਸ ਦੇ ਵਿੱਚ 2 ਜਾਂ 3 ਨੂੰ ਭੇਜਿਆ ਜਾਓ ਬੇਸਡ ਔਨ ਯੋਰ ਐਕਸਪਰਟੀਜ਼। ਤੁਹਾਨੂੰ ਇੱਕ ਡਾਕੂਮੈਂਟ ਦਿੱਤਾ ਜਾਊਗਾ ਸਾਰਿਆਂ ਨੂੰ, ਉਸ ਡਾਕੂਮੈਂਟ ਵਿੱਚ ਇੱਕ ਸੈਸ਼ਨ ਤੁਹਾਡੇ ਨੂੰ ਅਸਾਈਨ ਕੀਤਾ ਜਾਊ, ਅਤੇ ਉਸ ਸੈਸ਼ਨ ਦੇ ਜਿਹੜੇ ਕੁਐਸਚਨਸ ਨੇ ਉਹਨਾਂ ਦੀਆਂ ਰੇਂਜਸ 'ਤੇ ਡਿਸਕਸ ਕਰਕੇ 1.5 ਘੰਟੇ ਦੀ 2 ਡਿਸਕਸ਼ਨ ਤੁਸੀਂ ਆਪਸ 'ਚ ਕਰਕੇ ਫਿਰ ਇੱਕ ਬੰਦਾ ਤੁਹਾਡੇ ਗਰੁੱਪ 'ਚੋਂ 4th ਸੈਸ਼ਨ ਵਿੱਚ ਆ ਕੇ ਸਾਰੀ ਸੰਗਤ ਨਾਲ ਸ਼ੇਅਰ ਕਰੂਗਾ। That's how the day is structured. It's much more structured than today, but ਅੱਜ ਦਾ ਵੀ ਇਸੇ ਤਰ੍ਹਾਂ ਦਾ ਪਲਾਨ ਸੀਗਾ ਬਾਈ ਡਿਜ਼ਾਈਨ, ਤਾਂ ਕਿ ਜਨਰਲ ਡਿਸਕਸ਼ਨ ਹੋ ਸਕੇ। ਤੁਹਾਡਾ ਜੀ ਕੁਐਸਚਨ ਹੈ ਕੱਲ ਦੇ ਬਾਰੇ ਜਾਂ ਜਨਰਲ ਹੈਗਾ? ਹਾਂਜੀ ਪੁੱਛੋ ਜੀ। ਅੱਛਾ ਜੀ। So okay, that's we can discuss that, but ਅਸੀਂ ਇੱਥੇ ਕੋਈ ਗੁਰਿਲਾ ਵਾਰਫੇਅਰ ਨਹੀਂ ਕਰ ਰਹੇ। ਸੋ ਇੱਕ ਸੈਕਿੰਡ ਜੀ, ਆਪਾਂ ਆ ਜਾਂਦੇ ਹਾਂ ਜੀ ਇਸ ਗੱਲ ਤੇ ਵੀ। ਸੋ ਅਸੀਂ ਇੱਕ ਪ੍ਰੋਸੈਸ ਯੂਟੀਲਾਈਜ਼ ਕਰ ਰਹੇ ਹਾਂ, ਅਸੀਂ ਉਹਦੇ 'ਚ ਕੋਈ ਸੀਕ੍ਰੇਸੀ ਦੀ ਗੱਲ ਨਹੀਂ ਰੱਖੀ। ਦ ਰੀਜ਼ਨ ਇਜ਼ ਦਿਸ, ਸਾਡੇ ਕੋਲ ਡੈਮਨਸਟ੍ਰੇਟ ਕਰਕੇ ਇਹ ਦਿਖਾਇਆ ਨਹੀਂ ਜਾ ਰਿਹਾ ਕਿ ਦੇਰ ਆਰ ਵੈਰਾਈਟੀਜ਼ ਆਫ ਓਪੀਨੀਅਨ, ਵੀ ਹੈਵ ਟੂ ਡਾਕੂਮੈਂਟ ਇਟ। ਇਹਦੇ ਉਸ ਵੈਰਾਈਟੀ ਦੇ ਵਿੱਚੋਂ ਵੀ ਫਿਰ ਸਾਨੂੰ ਕੋਈ ਕੰਸੈਂਸਸ ਬਣਾਉਣਾ ਪੈਂਦਾ, ਅਤੇ ਦੁਨੀਆ ਦੇ ਵਿੱਚ ਹਰ ਥਾਂ 'ਤੇ ਹੋ ਰਿਹਾ ਹੈ। ਅਸੀਂ ਨਾ ਇਹ ਇੰਟਰਨਲੀ ਡੈਮਨਸਟ੍ਰੇਟ ਕਰ ਪਾ ਰਹੇ ਹਾਂ, ਨਾ ਅਸੀਂ ਐਕਸਟਰਨਲੀ ਡੈਮਨਸਟ੍ਰੇਟ ਕਰ ਪਾ ਰਹੇ ਹਾਂ। ਕੌਨਫੀਡੈਂਸ਼ੀਅਲਿਟੀ ਦਾ ਕੁਝ ਹੋਰ ਪਰਪਸ ਹੁੰਦਾ, ਜਿੱਥੇ ਤੁਸੀਂ ਕੁਝ ਡਿਸਕਸ਼ਨ ਕਰਕੇ ਫਿਰ ਪਬਲਿਕ ਮੀਟਿੰਗ ਵਿੱਚ ਕੀ ਕਹਿਣਾ, ਉਹ ਕੱਲ੍ਹ ਦਾ ਪਰਪਸ ਨਹੀਂ ਆ। ਟਮੋਰੋ ਇਜ਼ ਅ ਵਰਕਿੰਗ ਗਰੁੱਪ ਮੀਟਿੰਗ ਐਜ਼ ਏ ਸੰਗਤ ਐਂਡ ਐਜ਼ ਸਬਜੈਕਟ ਮੈਟਰ ਐਕਸਪਰਟਸ, ਅਤੇ ਉਹਦੇ ਵਿੱਚ ਤੁਹਾਨੂੰ ਰਾਵਾਂ ਲਿਖਣੀਆਂ ਹੀ ਪੈਣਗੀਆਂ, ਵੈਰਾਈਟੀਜ਼ ਆਫ ਓਪੀਨੀਅਨ ਲਿਆਉਣੇ ਪੈਣਗੇ। ਉਹ ਹਰ ਕੁਐਸਚਨ ਦੇ ਜੇ 3 ਬੰਦੀਆਂ ਆਪਸ਼ਨ, ਯੂ ਕੈਨ ਸੇ ਕਿ ਇਹ 3 ਆਪਸ਼ਨਸ ਆ ਰਹੀਆਂ ਨੇ, ਸੋ ਵੀ ਕੈਨ ਡਿਸਕਸ ਇਨ ਅ ਲਾਰਜ ਗਰੁੱਪ ਉਹਦੇ 'ਤੇ ਕੀ ਕੰਮ ਕਰਨ ਦੀ ਲੋੜ ਆ। ਸੋ ਇਹ ਇੱਕ ਆਪਰੇਟਿੰਗ ਪ੍ਰਿੰਸੀਪਲਸ ਨੇ। ਤੁਹਾਡੀ ਗੱਲ ਮੈਂ ਸਮਝ ਰਿਹਾ, ਬਟ ਉਹ ਕੱਲ੍ਹ ਨਹੀਂ ਅਸੀਂ ਅਪਲਾਈ ਕਰ ਸਕਾਂਗੇ ਬਿਕਾਜ਼ ਇਟ ਇਜ਼ ਅ ਵਰਕਿੰਗ ਗਰੁੱਪ। ਠੀਕ ਹੈ ਜੀ। ਹਾਂਜੀ, ਐਨੀ ਮੋਰ ਕੁਐਸਚਨਸ ਕੱਲ੍ਹ ਦੇ ਬਾਰੇ ਸਿਰਫ? ਹਾਂਜੀ ਹਾਂਜੀ ਐਬਸੋਲੂਟਲੀ ਜੀ। ਜਿਹੜੇ ਮਿਨੀਮਮ ਪ੍ਰੋਗਰਾਮ ਬਣਾਉਣ ਦੇ ਲਈ ਇਹ ਇੱਕ ਡਾਕੂਮੈਂਟ ਡਿਵੈਲਪ ਕੀਤਾ, ਜਿਹਦੇ ਵਿੱਚ ਡਿਸਕਸ਼ਨ ਵਿਲ ਬੀ ਅਰਾਊਂਡ ਦੀਸ ਥਿੰਗਸ। ਉਹਦੇ ਵਿੱਚ ਸਬ ਟੌਪਿਕਸ ਰਫਲੀ ਇਹ ਬਣਨਗੇ ਕਿ ਜਿਹੜੀ ਅਕਾਲ ਤਖਤ ਸਾਹਿਬ ਨੂੰ ਮੁੱਖ ਰੱਖ ਕੇ, ਅਤੇ ਅਸੀਂ ਪਬਲਿਸ਼ ਕੀਤਾ ਸੀਗਾ, ਤੁਹਾਨੂੰ ਮੈਂ ਡੇ 1 2 3 ਦਾ ਇੱਥੇ ਪਾ ਦੇਵਾਂ। ਆਹ ਹੈਗਾ ਅਕਾਲ ਤਖਤ ਸਾਹਿਬ ਅਤੇ ਵਰਲਡ ਸਿੱਖ ਪਾਰਲੀਮੈਂਟ ਨੂੰ ਮੁੱਖ ਰੱਖ ਕੇ ਗੱਲ ਕੀਤੀ ਜਾਊਗੀ। ਇਹ ਐਸਪੀਰੇਸ਼ਨਲ ਗੱਲਾਂ ਨੇ ਦੋਨੋਂ, ਬਟ ਇਹਦਾ ਡੀਟੇਲ ਪਹਿਲੇ ਸੈਸ਼ਨ 'ਚ ਦਿੱਤਾ ਜਾਊ, ਫਿਰ ਉੱਥੇ ਗਰੁੱਪ ਬਣਾ ਕੇ 2 ਸੈਸ਼ਨ ਦੇ ਵਿੱਚ ਤੁਸੀਂ ਇਹਨੂੰ ਡਿਸਕਸ ਕਰੋਗੇ। ਬਟ ਲਾਰਜਰ ਥੀਮ ਕੱਲ੍ਹ ਦਾ ਹੈਗਾ ਅਕਾਲ ਤਖਤ ਸਾਹਿਬ ਅਤੇ ਵਰਲਡ ਸਿੱਖ ਪਾਰਲੀਮੈਂਟ। ਠੀਕ ਹੈ ਜੀ। ਹਾਂਜੀ, ਐਨੀ ਅਦਰ ਕੁਐਸਚਨਸ ਕੱਲ੍ਹ ਦੇ ਬਾਰੇ? ਹੁਣ ਜਨਰਲ ਆਪਾਂ 20 ਮਿੰਟ ਲਾਏ ਸੀਗੇ, ਕੱਲ੍ਹ ਦੇ ਬਾਰੇ ਸਿਰਫ ਕੁਐਸਚਨਸ ਲੈ ਰਹੇ ਹਾਂ। ਹਾਂਜੀ, ਤੁਹਾਡਾ ਕੁਐਸਚਨ ਫਿਰ ਤੁਹਾਡਾ। ਹਾਂਜੀ ਬਜ਼ੁਰਗੋ, ਬੈਠੇ ਹੀ ਦੱਸੋ, ਕੋਈ ਗੱਲ ਨਹੀਂ। ਨਹੀਂ, ਤੁਸੀਂ ਉੱਥੇ ਬੈਠੇ ਹੀ ਦੱਸੋ ਜੀ। ਤੁਹਾਡਾ ਕੁਐਸਚਨ ਕੱਲ੍ਹ ਦੇ ਬਾਰੇ ਹੈਗਾ ਜੀ? ਦੱਸੋ ਜੀ। ਉਹਨਾਂ ਨੂੰ ਦੱਸੋ। ਅੱਛਾ, ਮੇਰੇ ਨਾਲ ਗੱਲ ਕਰਨੀ, ਕੋਈ ਗੱਲ ਨਹੀਂ ਜੀ। ਹਾਂਜੀ, ਇੱਥੇ ਇੱਕ ਹੈਂਡ ਸੀਗਾ। ਹਾਂਜੀ, ਵੈਰੀ ਗੁੱਡ ਕੁਐਸਚਨ। ਦੇਖੋ ਗੱਲ ਇਹ ਹੈਗੀ ਕਿ ਉਹ ਜੋਕ ਤਾਂ ਹੈਗਾ ਜੀ ਕਿ IFT ਇੰਡੀਅਨ ਫਲੈਕਸੀਬਲ ਟਾਈਮ, ਜਿੰਨਾ ਜੀ ਕਰਦਾ ਉਹਨਾਂ ਤੁਸੀਂ ਫਲੈਕਸ ਕਰੀ ਜਾਓ। ਸਾਡੇ ਸੰਸਥਾਵਾਂ ਵਿੱਚ ਇਹੀ ਚੱਲਦਾ। ਉਹ ਪੰਜਾਬੀ 'ਚ ਕਹਿੰਦੇ ਨਾ, ਅਸੀਂ 2 ਮਿੰਟ ਠਹਿਰੋ ਮੈਂ ਘੰਟੇ 'ਚ ਆਇਆ, ਸਾਡਾ ਉੱਦਾਂ ਦਾ ਚੱਲ ਰਿਹਾ। ਬਟ ਜੋਕਸ ਅਸਾਈਡ, ਪਲਾਨ ਇਜ਼ ਸਕੈਜੂਅਲ ਜਿਹੜਾ ਸ਼ੇਅਰ ਕੀਤਾ ਸੀ ਨਾ, ਦਿਸ ਇਜ਼ ਦਾ ਪਲਾਨ। ਅਗੇਨ ਕੱਲ੍ਹ ਦਾ ਸਕੈਜੂਅਲ ਥੋੜ੍ਹਾ ਡਿਫਰੈਂਟ ਹੋਊ, ਬਟ ਆਈਡੀਆ ਹੈਗਾ ਕਿ 8 ਤੋਂ 9 ਦੇ ਵਿਚਾਲੇ ਸਾਡਾ ਇੱਥੇ ਬ੍ਰੈਕਫਾਸਟ ਹੁੰਦਾ, ਅਤੇ 9 ਵਜੇ ਅਸੀਂ ਸੈਸ਼ਨ ਸ਼ੁਰੂ ਕਰਨੇ ਨੇ। ਨਾਓ
ਆਈ ਨੋ ਵੈਰਾਈਟੀਜ਼ ਆਫ ਰੀਜ਼ਨ ਕਰਕੇ ਅਸੀਂ ਨਹੀਂ ਕਰ ਪਾਉਂਦੇ। ਸਾਡਾ ਐਸਪੀਰੇਸ਼ਨ ਤੇ ਟਾਰਗੇਟ ਕੱਲ੍ਹ ਦੀ ਵੀ ਇਹੀ ਆ, ਬਟ ਜੇ ਉਹ ਡਿਲੇ ਹੋਊਗਾ ਫਿਰ ਸਾਨੂੰ ਸੈਸ਼ਨਸ ਨੂੰ ਐਡਜਸਟ ਕਰਨਾ ਪਊ। ਬਟ ਕੋਸ਼ਿਸ਼ ਕਰੋ 85% ਆਫ ਯੂ ਨਾਰਮਲ ਪਾਪੂਲੇਸ਼ਨ ਕਰਨ ਨੂੰ ਅਸੀਂ ਦੇਖ ਰਹੇ ਹਾਂ, ਅਸੀਂ ਕੋਈ ਆਪਣੀ ਜ਼ਬਰਦਸਤੀ ਨਹੀਂ ਕਰ ਰਹੇ ਕਿਸੇ ਗੱਲ 'ਚ। 85% ਜਿਹੜੇ ਕਨਫਰਮ ਬੰਦੇ ਨੇ ਜੇ ਆ ਜਾਣਗੇ ਅਸੀਂ ਸੈਸ਼ਨ ਸ਼ੁਰੂ ਕਰ ਦਾਂਗੇ। ਅਦਰਵਾਈਜ਼ ਤੁਸੀਂ ਦੇਖੋਗੇ ਕਈ ਸਵਾਲ ਵੀ ਜਦ ਆਏ ਸੀ ਜਿਨ੍ਹਾਂ ਨੇ ਅਰਲੀਅਰ ਸੈਸ਼ਨ ਨਹੀਂ ਅਟੈਂਡ ਕੀਤੇ ਫਿਰ ਰਿਪੀਟ ਹੁੰਦੇ ਨੇ, ਐਂਡ ਦਿਸ ਇਜ਼ ਦ ਰੀਜ਼ਨ ਵਾਈ ਵੀ ਹੈਵ ਟੂ ਵੇਟ। ਓਕੇ ਜੀ, ਐਨੀ ਅਦਰ ਕੁਐਸਚਨਸ ਕੱਲ੍ਹ ਦੇ ਬਾਰੇ? ਓਕੇ, ਦੈਨ ਮਾਈ ਲਾਸਟ ਰਿਕੁਐਸਟ ਇਜ਼, ਫਿਰ ਮੈਂ ਜਿਹੜੇ ਗੁਰਬਖਸ਼ ਸਿੰਘ, ਸਰਦਾਰ ਗੁਰਬਖਸ਼ ਸਿੰਘ ਤੁਸੀਂ ਆ ਜਾਓ ਸਟੇਜ 'ਤੇ, ਤੁਸੀਂ ਜਿਹੜੇ ਅਨਾਊਂਸਮੈਂਟ ਸ਼ੇਅਰ ਕਰਦੇ ਨੇ ਆ ਜਾਓ ਜੀ। ਮੇਰੀ ਲਾਸਟ ਬੇਨਤੀ ਇਹ ਹੈਗੀ ਜੀ ਕਿ ਸਪੈਸ਼ਲੀ ਸਬਜੈਕਟ ਮੈਟਰ ਐਕਸਪਰਟਸ ਨੂੰ ਜਿਹੜੇ ਆਏ ਨੇ ਦੂਰੋਂ ਨੇੜਿਓਂ, ਕਿ ਤੁਹਾਨੂੰ ਸਾਡੀ ਬੇਨਤੀ ਆ ਪਲੀਜ਼ ਵਰਕ ਵਿਦ ਅਸ ਐਂਡ ਬੇਅਰ ਵਿਦ ਅਸ, ਵੀ ਨੀਡ ਯੂ। ਤੁਹਾਡੇ ਵਿੱਚ ਵੀ ਆਪਣੀ ਇੱਕ ਡਾਇਵਰਸਿਟੀ ਆ ਓਪੀਨੀਅਨਸ ਦੀ ਅਤੇ ਐਕਸਪੀਰੀਅੰਸ ਦੀ, ਅਤੇ ਉਹ ਡਾਇਵਰਸਿਟੀ ਨੂੰ ਮੁੱਖ ਰੱਖ ਕੇ ਕੱਲ੍ਹ ਦੇ ਡਿਸਕਸ਼ਨਸ ਦੇ ਵਿੱਚ ਯੂ ਵਿਲ ਨੋਟਿਸ ਕਿ ਤੁਹਾਨੂੰ ਜੇ ਨਹੀਂ ਵੀ ਲੱਗ ਰਿਹਾ ਨਾ ਕਿ ਕੋਈ ਬੈਨੀਫਿਟ ਹੋ ਰਿਹਾ, ਇਹ ਡੈਮੋਨਸਟ੍ਰੇਟ ਕਰ ਦੇਣਾ ਕਿ ਬਹਿ ਕੇ ਡਿਸਕਸ਼ਨ ਕਰਨ ਜੋਗੀ ਵੀ ਅਸੀਂ ਹੋ ਰਹੇ ਹਾਂ, ਇਹ ਆਪਣੇ ਆਪ 'ਚ ਇੱਕ ਪ੍ਰਾਪਤੀ ਆ। ਇੱਕ ਸਿਵਲ ਤਰੀਕੇ ਦੇ ਨਾਲ ਇਸ਼ੂਜ਼ 'ਤੇ ਡਿਸਕਸ ਕਰਨਾ ਡਾਇਵਰਸ ਓਪੀਨੀਅਨ ਨੂੰ ਲੈ ਕੇ ਅਤੇ ਉਹਨੂੰ ਰਿਕਾਰਡ ਕਰਨਾ ਬਕਾਇਦਾ, ਇਹ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਬਿਲੀਵ ਮੀ, ਇਹ ਡੈਮੋਨਸਟ੍ਰੇਟ ਨਹੀਂ ਹੋ ਪਾ ਰਹੀ ਸਾਡੇ ਪੰਥ ਦੇ ਵਿੱਚ ਇਸ ਵੇਲੇ। ਸੋ ਦਿਸ ਇਜ਼ ਮਾਈ ਰਿਕੁਐਸਟ, ਬੇਅਰ ਵਿਦ ਅਸ। ਆਈ ਨੋ ਯੂ ਹੈਵ ਮੋਰ ਇੰਪੋਰਟੈਂਟ ਥਿੰਗਸ ਟੂ ਡੂ, ਬਟ ਵੀ ਆਰ ਆਸਕਿੰਗ ਕਿ ਨੈਕਸਟ 2 days ਤੁਸੀਂ ਇਸ ਦੇ ਵੱਲ ਸਾਡੇ ਨਾਲ ਥੋੜ੍ਹਾ ਜਿਹਾ ਬੇਅਰ ਵਿਦ ਅਸ ਐਂਡ ਵਰਕ ਵਿਦ ਅਸ। ਆ ਜਾਓ ਜੀ, ਵੀ ਆਰ ਔਨ ਟਾਈਮ ਨਾ, 5:30 ਵਜੇ ਤੱਕ ਮੁਕਾਉਣਾ ਸੀ, ਮੁਕਾਤਾ। And we heard everyone. We gave you open time. We didn't refuse anyone's. So we'll try to do same thing next day. And please work with us on this. Thank you. ਸਤਿਕਾਰਯੋਗ ਬਜ਼ੁਰਗੋ, ਵੀਰੋ, ਭੈਣੋ, ਮਾਤਾਓ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੰਨਾ ਧੰਨਵਾਦ ਕਰ ਲਈ ਉਹਨਾਂ ਥੋੜ੍ਹਾ। ਅਤੇ ਕੁਝ ਇੱਕ ਗੱਲਾਂ ਕਲੀਅਰ ਕਰ ਦਈਏ ਕਿ ਅੱਜ ਦੀ ਹਾਜ਼ਰੀ ਦੇ ਬਾਰੇ। ਪਹਿਲਾਂ ਤਾਂ ਗੱਲ ਇਹ ਸੀਗੀ ਕਿ ਪਹਿਲੇ ਦਿਨ ਹੀ ਇਹ ਗੱਲ ਧਿਆਨ ਦੇ ਵਿੱਚ ਰੱਖੀ ਗਈ ਸੀ ਕਿ ਇਸ ਵਿਚਾਰ ਚਰਚਾ ਦੇ ਵਿੱਚ ਜਸਟ ਇੱਕ ਕਰਾਊਡ ਨੂੰ ਨਹੀਂ ਐਨਕਰੇਜ ਕਰ ਰਹੇ। ਜੇ ਉਹ ਇੰਟੈਂਸ਼ਨ ਹੁੰਦੀ ਤਾਂ ਇਹ ਅਸੀਂ ਵੈਨਿਊ ਜਿਹੜਾ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਵੀ ਉੱਥੇ ਡਿਸਕਸ ਕਰ ਸਕਦੇ ਸੀ, ਪਰ ਉੱਥੇ ਜਿਹੜੀ ਆ ਕਰਾਊਡ ਵਾਲੀ ਤਾਂ ਸਮੱਸਿਆ ਹੱਲ ਹੋ ਜਾਂਦੀ ਆ, ਪਰ ਜਿਸ ਤਰ੍ਹਾਂ ਖੁੱਲ੍ਹ ਕੇ ਵਿਚਾਰ ਵਟਾਂਦਰੇ ਇੱਥੇ ਹੋਏ ਨੇ ਇਸ ਤਰ੍ਹਾਂ ਢੰਗ ਦੇ ਨਾਲ ਉੱਥੇ ਨਹੀਂ ਹੋ ਸਕਦੇ। ਅਤੇ ਦੂਜੀ ਗੱਲ ਇਹ ਹੈ ਕਿ ਸਾਡੀ ਕੌਮ ਦੇ ਵਿੱਚੋਂ ਬਹੁਤੇ ਹੀ ਤਕਰੀਬਨ ਮੈਜੋਰਿਟੀ ਦੇ ਮਨਾਂ ਦੇ ਵਿੱਚ ਇਹ ਗੱਲ ਆ ਕਿ ਸਾਡੇ ਬੇਅੰਤ ਮਸਲੇ ਨੇ ਕੌਮ ਦੇ, ਪਰ ਖਾਸ ਤੌਰ 'ਤੇ ਮੈਂ ਕਹਿ ਲਵਾਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਭਾਈਚਾਰਾ ਵੱਸਦਾ ਉਹਦੇ ਦਿਲਾਂ ਦੇ ਵਿੱਚ ਆ ਕਿ ਬੇਅੰਤ ਮਸਲੇ ਨੇ, ਜਿਹੜੇ ਪਾਸਿਓਂ ਮਰਜ਼ੀ ਸ਼ੁਰੂ ਕਰ ਲਈਏ, ਪਰ ਅਸੀਂ ਉਹ ਫਿਰ ਵੀਕਐਂਡ 'ਤੇ ਹੱਲ ਕਰਨੇ ਨੇ, ਕਿਉਂਕਿ 5 ਦਿਨ 'ਤੇ ਅਸੀਂ ਕੰਮ ਕਰਨਾ ਹੁੰਦਾ। ਸੋ 2 ਦਿਨ ਦੇ ਵਿੱਚ ਵੀਕਐਂਡ ਦੇ ਉੱਤੇ ਅਸੀਂ ਰਿਲੈਕਸ ਕਰਨਾ ਹੁੰਦਾ। ਫਿਰ ਇਹਨਾਂ ਮਸਲਿਆਂ ਨੂੰ ਅਸੀਂ ਇਕੱਲਾ ਵੀਕਐਂਡ 'ਤੇ ਡਿਸਕਸ ਕਰਨਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਇਹ ਕਾਨਫਰੰਸ ਦਾ ਟਾਈਮ ਦੱਸਿਆ ਕਿ ਥਰਸਡੇ, ਫਰਾਈਡੇ, ਸੈਚਰਡੇ, ਸੰਡੇ, ਤਾਂ ਬਹੁਤਿਆਂ ਨੇ ਕਮੈਂਟ ਦਿੱਤਾ ਹੈ ਥਰਸਡੇ ਇਜ਼ ਦਾ ਵਰਕਿੰਗ ਡੇ। ਬੰਦਾ ਕਹਿੰਦਾ ਹਾਂ ਉਹ ਤਾਂ ਹੈ ਤਾਂ ਵਰਕਿੰਗ ਡੇ, ਪਰ ਹੁਣ ਕੀ ਕਰੀਏ? ਫਿਰ ਹੁਣ ਆਪਾਂ ਜਿਹੜੇ ਬਾਹਰੋਂ ਗੈਸਟ ਆਉਣੇ ਆ ਹੈ ਤਾਂ 4 ਦਿਨ ਦਾ ਚਾਹੁੰਦੇ, ਫਿਰ ਆਪਾਂ ਉਹਨਾਂ ਨੂੰ 2 ਵੀਕਾਂ ਲਈ ਐਕਸਟੈਂਡ ਕਰ ਲਈਏ ਕਿ 2 ਇਸ ਵੀਕ ਲਈਏ ਅਤੇ 2 ਦਿਨ ਫਿਰ ਅਗਲੇ ਵੀਕ ਦੇ ਲੈ ਲਈਏ। ਇੱਦਾਂ ਤਾਂ ਹੋਣਾ ਨਹੀਂ ਕਿ ਵਾਈ ਕਾਂਟ ਵੀ ਸੈਕਰੀਫਾਈਸ ਜਸਟ 2 working days। ਅਤੇ ਮੈਨੂੰ ਅਨੋਏ ਹੋ ਕੇ, ਖਿੱਝ ਕੇ, ਮੈਨੂੰ ਕੱਲ੍ਹ ਇੱਕ ਟੈਲੀਫੋਨ ਜਿਸ ਬੰਦੇ ਨੇ ਮੈਨੂੰ ਕੀਤਾ ਅਤੇ ਮੈਨੂੰ ਇਹ ਕਹਿਣਾ ਪਿਆ ਕਿ ਖਾਲਸਾ ਜੀ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ 25-25 ਸਾਲ ਤੋਂ ਲੋਕ ਜਿਹੜੇ ਕੰਸਰਨਡ ਨੇ ਵਿਦ ਇਸ਼ੂਜ਼, ਨੇਸ਼ਨ ਇਸ਼ੂਜ਼, 25-25 ਸਾਲ ਤੋਂ ਬਿਨਾਂ ਕਿਸੇ ਕਸੂਰ ਤੋਂ ਜਾਂ ਨਿੱਕੇ ਨਿੱਕੇ ਕਸੂਰਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਅਤੇ ਅਸੀਂ 2 ਵਰਕਿੰਗ ਡੇ ਨਹੀਂ ਕੀ ਕਹਿ ਲਈਏ ਵੀ ਕੁਰਬਾਨ ਜਾਂ ਕਹਿ ਲਈਏ ਇੰਨਾ ਕੁ ਤਿਆਗ ਨਹੀਂ ਕਰ ਸਕਦੇ, ਸੈਕਰੀਫਾਈਸ ਇੰਨੀ ਕੁ ਨਹੀਂ ਕਰ ਸਕਦੇ। ਅਤੇ ਚਾਹੁੰਦੇ ਹਾਂ ਅਸੀਂ ਵੱਡੀਆਂ ਵੱਡੀਆਂ ਮੰਜ਼ਲਾਂ ਮਾਰਨੀਆਂ, ਵੱਡੇ ਵੱਡੇ ਕੰਮ ਕਰਨੇ ਚਾਹੁੰਦੇ ਹਾਂ, ਪਰ ਚਾਹੁੰਦੇ ਵੀਕਐਂਡ ਨੂੰ ਹੀ ਆ। ਸੋ ਇੱਕ ਇਹ ਵੀ ਵਜ੍ਹਾ ਆ ਕਿ ਜਿਹੜੀ ਕਰਾਊਡ ਆ ਥੋੜ੍ਹੀ ਜਿਹੀ ਕਹਿ ਲਈਏ, ਕਰਾਊਡ ਇਜ਼ ਨਾਟ ਦਾ ਰਾਈਟ ਵਰਡ ਐਕਚੁਅਲੀ। ਸੋ ਜਿਹੜੀ ਹਾਜ਼ਰੀ ਆ ਸੋ ਇਹ ਥੋੜ੍ਹੀ ਜਿਹੀ ਇਸ ਕਰਕੇ ਵੀ ਘੱਟ ਆ। ਸੋ ਕੁਛ ਇੱਕ ਨੂੰ ਇਹ ਵੀ ਆ ਵੀ ਚਲੋ ਇੱਕ ਹੋਰ ਇਸ਼ੂ ਆ ਜਾਂਦਾ ਕਿ ਜਦੋਂ ਲੇਡੀਜ਼ ਆਉਣੀਆਂ ਚਾਹੁੰਦੀਆਂ, ਕਿਉਂਕਿ ਨਾਲ ਕਈ ਵਾਰੀ ਛੋਟੇ ਛੋਟੇ ਬੱਚੇ ਹੁੰਦੇ ਆ, ਸੋ ਉਹਨਾਂ ਨੂੰ ਵੀ ਰਿਸਟ੍ਰਿਕਟ ਕਰਨਾ ਪੈਂਦਾ ਕਿ ਬੱਚਿਆਂ ਦੇ ਨਾਲ ਜਿਹੜਾ ਉਹ ਮਾਹੌਲ ਆ ਉਹ ਉਸ ਤਰ੍ਹਾਂ ਦਾ ਡਿਸਕਸੇਬਲ ਨਹੀਂ ਬਣਦਾ। ਸੋ ਇਸ ਕਰਕੇ ਉਹ ਵੀ ਅਵੋਇਡ ਕਰਦੇ ਹਾਂ। ਬਟ ਖੁਸ਼ੀ ਇਸ ਗੱਲ ਦੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਬੇਸ਼ੱਕ ਥੋੜ੍ਹੀ ਜਿਹੜੀ ਸੰਗਤ ਹੋਵੇ, ਗਿਣਤੀ ਥੋੜ੍ਹੀ ਹੋਵੇ, ਪਰ ਉਹ ਟੋਟਲੀ ਕੰਸਰਨਡ ਹੋਵੇ। ਸੋ ਵਿਚ ਇਜ਼ ਵੈਰੀ ਓਬਵੀਅਸ ਜੇ ਠੀਕ। ਅਤੇ ਇਸ ਕਰਕੇ ਵੈਰੀ ਓਬਵੀਅਸ ਆ ਕਿ ਤੁਸੀਂ ਸਵੇਰ ਤੋਂ ਬੈਠੇ ਆ ਅਤੇ ਜਦੋਂ ਕੋਈ ਐਕਟਿਵ ਕਈ ਵਾਰੀ ਜ਼ਿਆਦਾ ਸੁਣਦੇ ਹੀ ਹੁੰਦੇ ਤਾਂ ਥੋੜ੍ਹਾ ਥੋੜ੍ਹਾ ਬੰਦਾ ਬੋਰਿੰਗ ਵੀ ਫੀਲ ਕਰਨਾ ਪੈਂਦਾ, ਬਟ ਫਿਰ ਵੀ ਉਹ ਸਾਰੇ ਬੈਠੇ ਰਹੇ। ਇਸ ਕਰਕੇ ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹਾਂ। ਅਤੇ ਦੂਜੀ ਗੱਲ ਹੈਗੀ ਕਿ ਹੁਣ ਜਿਹੜਾ ਪ੍ਰੋਗਰਾਮ ਹੈ ਕਿ ਇੱਥੇ ਹੁਣ ਅਸੀਂ ਸਮਾਪਤੀ ਕਰ ਦੇਣੀ ਆ, ਅਤੇ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ
ਅਤੇ ਗਿਆਨੀ ਜੀ ਸਰਦਾਰ ਕੇਵਲ ਸਿੰਘ ਜੀ ਜਥੇਦਾਰ ਸਾਹਿਬ। ਸੋ ਇਹਨਾਂ ਦੋਨਾਂ ਹੀ ਸ਼ਖਸੀਅਤਾਂ ਨੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਕਰੇਗੀਬੰਦ ਦੇ ਵਿੱਚ ਜਾਣਾ। ਉੱਥੇ ਸੰਗਤਾਂ ਨੂੰ ਇਹ ਸੰਬੋਧਨ ਹੋਣਗੇ। ਉੱਥੇ ਸੰਗਤਾਂ ਦੇ ਵਿੱਚ ਆਲਰੇਡੀ ਦੱਸਿਆ ਹੋਇਆ ਇਹਨਾਂ ਦੀ ਹਾਜ਼ਰੀ ਉੱਥੇ ਲੱਗਣੀ ਆ। ਅਤੇ ਬਾਕੀ ਸਾਡੇ ਜਿਹੜੇ ਵੀਰ ਨੇ ਜਿਹੜੇ ਖਾਸ ਤੌਰ 'ਤੇ ਸਾਡੇ ਸਕਾਲਰ ਸੱਜਣ ਨੇ, ਅਤੇ ਉਹਨਾਂ ਦੇ ਨਾਲ ਅਸੀਂ ਕਿਉਂਕਿ ਡਿਨਰ ਦਾ ਜਿਹੜਾ ਪ੍ਰੋਗਰਾਮ ਹੈ ਉਹ ਥੋਨਬਰੀ ਆ। ਸੋ ਆਪਣੇ ਸਾਡੇ ਨੌਜਵਾਨਾਂ ਵਲੰਟੀਅਰਸ ਨੂੰ ਪਤਾ, ਉਹਨਾਂ ਨੇ ਉਹਨਾਂ ਸਾਰਿਆਂ ਨੂੰ ਉੱਥੇ ਲੈ ਕੇ ਚਲੇ ਜਾਣਾ। ਸੋ ਉੱਥੇ ਅਸੀਂ ਉਹਨਾਂ ਦੇ ਨਾਲ ਥੋੜ੍ਹੀ ਬਹੁਤੀ ਮੀਟਿੰਗ ਵੀ ਕਰਾਂਗੇ, ਬੈਠਾਂਗੇ ਵੀ। ਅਤੇ ਡਿਸਕਸ਼ਨ ਦੇ ਵਿੱਚ ਮੈਂ ਮਿੰਟ ਥੋੜ੍ਹੇ ਵਾਧੂ ਲੈ ਲੈਣੇ, ਮੈਂ ਭਾਜੀ ਤੋਂ ਮਾਫੀ ਮੰਗ ਲਵਾਂ। ਸੋ ਕਈ ਵਾਰੀ ਆਪਾਂ ਇੱਦਾਂ ਦੇਖਦੇ ਕਿ ਅਸੀਂ ਯੂਜ਼ ਟੂ ਹੋਏ ਹਾਂ ਬਹੁਤ ਜ਼ਿਆਦਾ ਸਮੂਥ ਐਟਮੋਸਫੀਅਰ ਨੂੰ। ਨਿੱਕੀ ਜਿਹੀ ਵੀ ਕਿਤੇ ਕੰਟਰਾਡਿਕਸ਼ਨ ਹੋ ਜਾਵੇ, ਨਿੱਕਾ ਜਿਹੀ ਵੀ ਕਿਤੇ ਸਾਨੂੰ ਲੱਗਣ ਲੱਗ ਪਵੇ ਕਿ ਡਿਫਰੈਂਸ ਆਫ ਓਪੀਨੀਅਨ, ਤਾਂ ਅਸੀਂ ਟੈਨਸ਼ਨ ਜਿਹੀ 'ਚ ਆ ਜਾਂਦੇ ਹਾਂ ਕਿ ਇਹ ਤਾਂ ਵਧੀਆ ਨਹੀਂ ਹੋ ਰਿਹਾ, ਜਦ ਕਿ ਐਡੀ ਕੋਈ ਖਾਸ ਗੱਲ ਨਹੀਂ ਹੁੰਦੀ। ਜੇ ਸਾਰੇ ਲਾਈਕ ਮਾਈਂਡਡ ਬੰਦੇ ਕੁਰਸੀਆਂ 'ਤੇ ਬਿਠਾ ਕੇ ਇੱਕ ਬੁਲਾਰੇ ਨੇ ਬੋਲਣਾ, ਦੂਜੇ ਨੇ ਹਾਂਜੀ ਹਾਂਜੀ ਬੋਲੇ ਸੋਨੇ ਬੁਲਸਨ ਕਰਨੀ ਆ, ਆਪਾਂ ਬਥੇਰੀ ਕਰ ਹਟੇ ਆਂਗੇ, ਉਹ ਨਹੀਂ। ਸੋ ਜੇ ਡਿਫਰੈਂਟ ਓਪੀਨੀਅਨਸ ਆਉਂਦੀਆਂ ਆ ਅਤੇ ਸਾਨੂੰ ਬਹੁਤਾ ਨਰਵਸ ਨਾ ਹੋਇਆ ਕਰੀਏ। ਵੀ ਸ਼ੁਡ ਲਰਨ ਟੂ ਟੋਲਰੇਟ ਆਲ ਦੈਟ ਐਂਡ ਲਰਨ ਟੂ ਵਰਕ ਇਨ ਦੈਟ ਐਟਮੋਸਫੀਅਰ। ਅਨਦਰ ਥਿੰਗ ਵੀ ਹੈਵ ਟੂ ਕੀਪ ਇਨ ਮਾਈਂਡ ਇਜ਼ ਕਿ ਸਾਡੇ ਜਿਹੜੇ ਬੁਲਾਰੇ ਆ, ਸਕਾਲਰਸ ਨੇ, ਵਿਦਵਾਨ ਨੇ, 3-4 ਗੱਲਾਂ ਖਿਆਲ ਵਿੱਚ ਰੱਖਣ ਵਾਲੀਆਂ। ਪਹਿਲਾਂ ਉਮਰ ਦਾ ਤਕਾਜ਼ਾ, ਇੱਕ ਵਿਅਕਤੀ ਆ 70, 75, 80 ਸਾਲ ਦਾ, ਇੱਕ 25 ਸਾਲ ਦਾ, ਥੋੜ੍ਹਾ ਜਿਹਾ ਫਰਕ ਹੋਣਾ। ਦੂਜੀ ਗੱਲ ਉਹਨਾਂ ਦੀ ਐਕਸਪਰਟੀਜ਼ ਕਿਹੜੇ ਫੀਲਡ ਦੇ ਵਿੱਚ ਆ, ਉਹਦਾ ਫਰਕ ਹੋਣਾ। ਤੀਜੀ ਗੱਲ ਉਹ ਕਿਹੜੇ ਕੰਟਰੀ ਵਿੱਚੋਂ ਆਉਂਦੇ ਨੇ। ਕੁਝ ਡੈਮੋਕ੍ਰੈਟਿਕ ਸਿਸਟਮ ਵਿੱਚ ਆਉਂਦੇ ਨੇ, ਕੋਈ ਕਿਸੇ ਕਮਿਊਨਿਸਟ ਕੰਟਰੀ ਦੇ ਵਿੱਚੋਂ ਆਇਆ, ਕੋਈ ਦੁਬਈ ਮਾਸਕਟ ਵਿੱਚ ਕਿਸੇ ਮਨਾਰਕੀ ਵਾਲੇ ਕੰਟਰੀ 'ਚ ਹੋਵੇ, ਕੁਛ ਇੰਡੀਆ ਵਰਗੇ 'ਚ, ਕੁਛ ਇਹਨਾਂ ਕੰਟਰੀਆਂ 'ਚੋਂ ਆ। ਸੋ ਥੋੜ੍ਹਾ ਉਹਦਾ ਸੁਭਾਅ ਅਕੋਰਡਿੰਗ ਟੂ ਦ ਐਟਮੋਸਫੀਅਰ ਉੱਦਾਂ ਦਾ ਬਣਿਆ ਹੁੰਦਾ। ਕੁਛ ਅਥੋਰੀਟੇਟਿਵ ਨੇਚਰ ਵੀ ਹੁੰਦੀ ਹੈ ਕਿ ਕਿੱਡੇ ਵੱਡੇ ਅਹੁਦੇ ਤੋਂ ਆਇਆ। ਸੋ ਕੁਝ ਇੱਕ ਮੇਰੇ ਵਰਗੇ ਕੋਈ ਟਰੱਕ ਡਰਾਈਵਰ, ਕੋਈ ਟੈਕਸੀ ਡਰਾਈਵਰ ਹੋਣੇ ਆ, ਕੁਝ ਇੱਕ ਬੰਦਾ ਕੁਝ ਬਹੁਤ ਵੱਡੇ ਅਹੁਦੇ ਤੋਂ ਆਉਂਦਾ, ਥੋੜ੍ਹਾ ਇਹ ਵੀ ਫਰਕ ਹੁੰਦਾ। ਸੋ ਕੀਪਿੰਗ ਆਲ ਥੀਸ ਥਿੰਗਸ ਇਨ ਮਾਈਂਡ, ਸਟਿਲ ਵੀ ਆਰ ਵੈਰੀ ਹੈਪੀ ਐਂਡ ਵੀ ਹੈਵ ਟੂ ਬੀ ਹੈਪੀ ਕਿ ਉਹਨਾਂ ਸਾਰਿਆਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਡਿਸਕਸ਼ਨ ਕੀਤੀ ਆ। ਸੋ ਕੱਲ੍ਹ ਦੇ ਲਈ ਮੈਂ ਸਾਰਿਆਂ ਨੂੰ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਵਾਸਤੇ, ਅਤੇ ਕੱਲ੍ਹ ਲਈ ਸੱਦਾ ਦਿੰਦਾ ਕਿ ਜਿਹੜੀ ਸੰਗਤ ਹੈ ਵੱਧ ਤੋਂ ਵੱਧ ਇੱਥੇ ਪਹੁੰਚੇ। ਵੀ ਵਿਲ ਬੀ ਔਨ ਟਾਈਮ। ਸਵੇਰੇ 8 ਵਜੇ ਤੋਂ 9 ਵਜੇ ਤੱਕ, ਜਿੱਦਾਂ ਭਾਜੀ ਨੇ ਦੱਸਿਆ, ਚਾਹ ਵਗੈਰਾ ਫਿਨਿਸ਼ ਕਰਕੇ ਅਸੀਂ 9 ਵਜੇ ਆ ਜਾਣਾ ਪ੍ਰੋਗਰਾਮ ਦੇ ਵਿੱਚ। ਅੱਜ ਥੋੜ੍ਹੇ ਸਵੇਰੇ ਡਿਲੇ ਹੋਇਆ ਸੀ। ਇੱਕ ਤਾਂ ਲੋਕਾਂ ਨੂੰ ਬਹੁਤਿਆਂ ਨੂੰ ਵੈਨਿਊ ਨਹੀਂ ਸੀ ਲੱਭ ਰਿਹਾ, ਬਾਰ-ਬਾਰ ਫੋਨ ਆਉਂਦੇ ਸੀ ਕਿ ਅਸੀਂ ਇੱਧਰਲੇ ਪਾਸੇ ਖੜ੍ਹੇ, ਇੱਧਰ ਖੜ੍ਹੇ ਹਾਂ। ਕੁਛ ਇੱਕ ਪ੍ਰੈਪਰੇਸ਼ਨਸ ਵੀ ਸਵੇਰੇ ਹੋਣੀਆਂ ਸੀ। ਸੋ ਉਹਦੇ ਕਰਕੇ ਥੋੜ੍ਹਾ ਜਿਹਾ ਅੱਜ ਡਿਲੇ ਹੋ ਗਿਆ, ਜਿਹਦੇ ਕਰਕੇ ਅਸੀਂ ਮਾਫੀ ਚਾਹੁੰਦੇ ਹਾਂ। ਲੇਕਿਨ ਕੱਲ੍ਹ ਨੂੰ ਇਸ ਤਰ੍ਹਾਂ ਨਹੀਂ ਹੋਊਗਾ। ਕੱਲ੍ਹ ਨੂੰ ਅਸੀਂ ਸਾਰਿਆਂ ਨੇ ਇੱਥੇ ਬੀ ਹੀਅਰ ਔਨ ਟਾਈਮ। ਸੋ ਕਿਸੇ ਨੂੰ ਵੀ ਕੋਈ ਪ੍ਰੋਬਲਮ ਤਾਂ ਅਸੀਂ ਉੱਥੇ ਹਾਜ਼ਰ ਹਾਂ ਤੁਹਾਡੀ ਹੈਲਪ ਕਰਨ ਦੇ ਲਈ। ਸੋ ਇਹਨਾਂ ਸ਼ਬਦਾਂ ਨਾਲ ਹੀ ਖਿਮਾ ਦਾ ਜਾ ਸਕਿਆ। ਸੋ ਥੈਂਕ ਯੂ ਸਰਦਾਰ ਗੁਰਬਖਸ਼ ਸਿੰਘ ਜੀ। ਜਸਟ 2 ਅਨਾਊਂਸਮੈਂਟਸ। ਸੋ ਜਿਹੜਾ ਇਹ ਨੈਕਸਟ ਹਾਫ ਆਵਰ ਹੈਗਾ ਨਾ, ਤੁਸੀਂ ਕਈਆਂ ਨੇ ਆਪਸ ਵਿੱਚ ਕੋਈ ਗੱਲ ਕਰਨੀ ਹੁੰਦੀ ਹੈ, ਮਿੰਗਲ ਕਰਨ ਲਈ ਰੱਖਿਆ ਹੋਇਆ, ਤੁਸੀਂ ਆਪਸ ਵਿੱਚ ਗੱਲਬਾਤ ਕਰ ਸਕਦੇ ਹੋ। ਜਿਹੜੇ ਇੰਟਰਨੈਸ਼ਨਲ ਡੈਲੀਗੇਟਸ ਕਹਿ ਰਹੇ ਨੇ, ਜਿਹੜਾ ਇਹਨਾਂ ਨੇ ਵਰਡ ਯੂਜ਼ ਕੀਤਾ, ਡੈਲੀਗੇਟਸ ਨਹੀਂ ਬੁਲਾਰੇ, ਅਟੈਂਡੀਜ਼ ਆਏ ਹੋਏ ਨੇ, ਤੁਸੀਂ ਸਰਦਾਰ ਗੁਰਬਖਸ਼ ਸਿੰਘ ਅਤੇ ਉਹਨਾਂ ਦੇ ਵੋਲੰਟੀਅਰਸ ਨੂੰ ਮਿਲ ਲਿਓ। 6 ਵਜੇ ਇੱਥੋਂ ਬੱਸ ਜਾਊਗੀ, ਜਿੱਥੇ ਉਹਨਾਂ ਨੇ ਉਹਨਾਂ ਦਾ ਡਿਨਰ ਦਾ ਪ੍ਰਬੰਧ ਕੀਤਾ ਹੋਇਆ। ਬਾਕੀ ਸੰਗਤ ਦੇ ਰੂਪ ਵਿੱਚ ਜਿਵੇਂ ਆਲਰੇਡੀ ਕਹਿ ਦਿੱਤਾ ਹੈਗਾ, 6 ਵਜੇ ਬੱਸ ਜਾਊਗੀ। ਸੰਗਤ ਦੇ ਰੂਪ ਵਿੱਚ ਕੱਲ੍ਹ 8 ਵਜੇ ਇੱਥੇ ਮਿਲਾਂਗੇ ਅਤੇ 9 ਵਜੇ ਪ੍ਰੋਗਰਾਮ ਸ਼ੁਰੂ ਹੋ ਜੂ। ਅਤੇ ਆਰਗੇਨਾਈਜ਼ਰਸ ਨੂੰ ਮੈਂ ਓਪਨਲੀ ਕਹਿ ਦੇ ਰਿਹਾ ਹੁਣ ਵੀ ਕਿ ਸਵੇਰੇ ਬੱਸਿਸ ਦਾ ਇੰਤਜ਼ਾਮ ਥੋੜ੍ਹਾ ਪ੍ਰੋਪਰ ਕਰ ਲੈਣ ਟਾਈਮ ਸਿਰ। ਅਦਰਵਾਈਜ਼ ਅੱਜ 1.5 ਘੰਟਾ ਲੇਟ ਬੱਸ ਹੀ ਇੱਕ ਆਈ ਸੀਗੀ, ਜਿਹਦੇ ਵਿੱਚ ਅੱਧੇ ਤੋਂ ਜ਼ਿਆਦਾ ਬੁਲਾਰੇ ਵੀ ਸੀਗੇ। ਸੋ ਵੀ ਨੀਡ ਟੂ ਮੇਕ ਸ਼ੋਰ ਯੂ ਨੋ ਲੋਕਲੀ ਟ੍ਰੈਫਿਕ ਦੀ ਕੀ ਸਿਚੁਏਸ਼ਨ ਹੈ, ਕੀ ਹੈਗੀ, ਉਹਦਾ ਦਾ ਅਰੇਂਜਮੈਂਟ ਪਹਿਲਾਂ ਹੀ ਅੱਜ ਉਹਨੂੰ ਦਰੁਸਤ ਕਰ ਲਈਏ। ਅਤੇ 85% ਸੰਗਤ ਜੇ ਸਾਡੀ 8-9 ਵਜੇ ਇੱਥੇ ਬੈਠੀ ਹੋਊਗੀ, ਆਪਾਂ ਪ੍ਰੋਗਰਾਮ ਉਸ ਵੇਲੇ ਸ਼ੁਰੂ ਕਰ ਦਾਂਗੇ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।